ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ 'ਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਵਿਸ਼ੇਸ਼ ਸਮਾਗਮ ਕੇਵਲ ਦੋ ਕਾਰਨਾਂ ਤੋਂ ਆ। ਇੱਕ, ਜੋ ਮਹਾਨ ਸੇਵਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਮਹਾਨ ਦਰ ਘਰ ਦੀ ਇਸ ਮਹਾਨ ਸੇਵਾ ਨੂੰ ਸੰਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਨਿਭਾਇਆ, ਉਸ ਮਹਾਨ ਸੇਵਾ ਦੀ ਵਾਸਤੇ ਅੱਜ ਇਹ ਸਮਾਗਮ ਰਚਾਇਆ ਗਿਆ। ਦੂਸਰਾ, ਜੋ ਸਾਡੇ ਕਿਸਾਨ ਵੀਰ ਜਿਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਡੱਕਿਆ ਗਿਆ, ਉਹਨਾਂ ਦੇ ਸਨਮਾਨ ਦੇ ਵਾਸਤੇ ਮੈਂ ਬੇਨਤੀ ਕਰਦਾ ਹਾਂ। ਦੇਖੋ, ਆਪਾਂ ਸੰਗਤਾਂ ਨੂੰ ਰੋਜ਼ ਮੌਕਾ ਮਿਲਦਾ ਇਸ ਨੌਵੇਂ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਸੀਸ ਨਵਾਉਣ ਦਾ, ਦਰਸ਼ਨ ਦਿਦਾਰੇ ਕਰਨ ਦਾ। ਅੱਜ ਦੇ ਇਸ ਵਿਸ਼ੇਸ਼ ਸਮਾਗਮ 'ਚ ਸਾਡੇ ਕਿਸਾਨ ਵੀਰ ਪਹੁੰਚੇ ਨੇ, ਜਿਨ੍ਹਾਂ ਨੇ ਤਿਹਾੜ ਜੇਲ੍ਹ ਕਿਸਾਨੀ ਕਰਕੇ ਕੱਟੀ, ਇਸ ਸੰਘਰਸ਼ ਦੇ ਕਰਕੇ। ਉਹਨਾਂ ਨੂੰ ਕਿਰਪਾ ਕਰਕੇ ਅੱਗੇ ਬਹਿ ਲੈਣ ਦਈਏ। ਮੈਂ ਬੇਨਤੀ ਕਰਦਾ ਹਾਂ, ਕੋਈ ਸਾਡਾ ਵੀਰ ਸਾਡੀ ਭੈਣ ਮੇਰੀ ਹੱਥ ਬੰਨ੍ਹ ਕੇ ਬੇਨਤੀ, ਮੇਰੀ ਗੱਲ ਦਾ ਬੁਰਾ ਨਾ ਮੰਨਿਓ। ਇਹ ਬਾਹਰੋਂ ਆਏ ਨੇ, ਨਾ ਇਹਨਾਂ ਨੂੰ ਕੋਈ ਪ੍ਰਬੰਧ ਦਾ ਪਤਾ ਹੈ, ਨਾ ਇਹਨਾਂ ਨੂੰ ਕੋਈ ਅੱਗੇ ਆਉਣਾ ਇਹਨਾਂ ਨੇ। ਜੇ ਤੁਸੀਂ ਨਹੀਂ ਆਉਣ ਦਿਓਗੇ, ਵਿਚਾਰੇ ਬਾਹਰ ਖੜੇ ਰਹਿਣਗੇ, ਲੇਕਿਨ ਸਾਰਾ ਸਮਾਗਮ ਤਾਰ ਪੀੜੋ ਹੋ ਜਾਊਗਾ। ਤਾਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ, ਜਿਹੜੇ ਮੇਰੇ ਵੀਰ ਬੈਠ ਖੜੇ ਨੇ, ਹੁਣ ਮੈਨੂੰ ਸਭ ਦੇ ਨਾਮ ਪਤਾ ਨਹੀਂ, ਪਰ ਮੈਂ ਕਿਸੇ ਦਾ ਨਾਮ ਬੋਲਣਾ ਨਹੀਂ ਚਾਹੁੰਦਾ ਤੇ ਨਾ ਹੀ ਮੈਂ ਕਿਸੇ ਵੱਲ ਵੇਖਣਾ ਚਾਹੁੰਦਾ ਹੈ। ਹੁਣ ਜਿਹੜੇ ਖੜੇ ਨੇ, ਜਿੱਥੇ ਜਿੱਥੇ ਖੜੇ ਨੇ, ਕਿਰਪਾ ਕਰਕੇ ਪਿੱਛੇ ਹੋ ਜਾਓ, ਕਿਉਂਕਿ ਨਾਮ ਕਿਸਾਨਾਂ ਦੇ ਲੈਣੇ ਨੇ, ਇਹਨਾਂ ਵੀਰਾਂ ਦੇ ਲੈਣੇ ਨੇ, ਔਰ ਸਾਰਾ ਸਿਸਟਮ 2.5-3 ਘੰਟੇ ਦੀ ਖਰਾਬ ਹੋ ਜਾਊਗਾ, ਕਿਉਂਕਿ ਆਪਾਂ ਲੋਕ ਵਿੱਚ ਫਸ ਕੇ ਖੜੇ ਹੋਏ ਹਾਂ। ਹੁਣ ਮੈਂ ਬੋਲਣਾ ਉਦੋਂ ਹੀ ਸ਼ੁਰੂ ਕਰਨਾ ਹੈ ਜਦੋਂ ਤੁਸੀਂ ਆਪ ਪਿੱਛੇ ਹਟ ਜਾਓਗੇ ਤੇ ਕਿਸਾਨ ਵੀਰਾਂ ਨੂੰ ਅੱਗੇ ਬਿਠਾ ਦੋਗੇ। ਤੁਸੀਂ ਬੈਠੋ, ਤੁਹਾਡੀ ਜਗ੍ਹਾ ਬਣਵਾਈ ਹੈ। ਆ ਪਿੱਛੇ, ਬਾਕੀ ਇੱਥੇ ਬਹਿ ਜਾਓ, ਇਸ ਤੋਂ ਅੱਗੇ ਆਇਆ ਨਹੀਂ ਜਾਣਾ। ਅਹੂਜਾ ਜੀ ਕਿਰਪਾ ਕਰੋ, ਥੋੜਾ ਥੋੜਾ ਪਿੱਛੇ ਨੂੰ ਹੋ ਜਾਓ, ਇਹਨਾਂ ਨੂੰ ਬਹਿ ਲੈਣ ਦਿਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ 'ਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਵਾਰ ਫਿਰ ਤੋਂ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਮਾਲਕ ਦੀ ਕਿਰਪਾ ਹੋਈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰਸ ਕੀਤਾ ਆਪਣੇ ਸੇਵਕਾਂ ਤੇ, ਆਪਣੇ ਸਿੱਖਾਂ ਤੇ ਉਹਨਾਂ ਦੇ ਤਰਸ ਕਿਰਪਾ ਸਦਕੇ ਇਹ ਲੋਕ ਜਿਹੜੇ ਕਿਸਾਨੀ ਅੰਦੋਲਨ ਦੇ ਦੌਰਾਨ ਜੇਲ੍ਹਾਂ 'ਚ ਡੱਕ ਦਿੱਤੇ ਗਏ ਸੀ, ਅੱਜ ਉਹਨਾਂ ਸਾਰਿਆਂ ਦਾ ਇੱਥੋਂ ਸਨਮਾਨ ਕੀਤਾ ਜਾ ਰਿਹਾ ਹੈ। ਮੇਰੇ ਖਾਲਸਾ ਜੀ, ਅੱਜ ਸਾਡੇ ਲਈ ਸਾਰਿਆਂ ਲਈ ਬੜਾ ਵਿਸ਼ੇਸ਼ ਦਿਹਾੜਾ ਹੈ, ਕਿਉਂਕਿ ਇੱਕ ਪਾਸੇ ਸਰਕਾਰਾਂ ਸੀ, ਉਹ ਜ਼ਾਲਿਮ ਸਰਕਾਰਾਂ, ਜਿਹੜੀਆਂ ਇਹ ਸੰਦੇਸ਼ ਦੇਣਾ ਚਾਹੁੰਦੀਆਂ ਸੀ ਕਿ 26 ਜਨਵਰੀ ਦੇ ਨਾਮ ਤੇ ਇਹਨਾਂ ਕਿਸਾਨਾਂ ਨੂੰ ਬਦਨਾਮ ਕੀਤਾ ਜਾਊਗਾ, ਇਹਨਾਂ ਦੀ ਬਦਨਾਮੀ ਦੇ ਨਾਲ ਕਿਸਾਨ ਅੰਦੋਲਨ ਨੂੰ ਖਤਮ ਕੀਤਾ ਜਾਊਗਾ। ਉਹਦੇ ਵਾਸਤੇ ਟੀਵੀ ਚੈਨਲਾਂ ਤੇ ਸਾਡੀ ਦਸਤਾਰ ਦਿਖਾ ਕੇ ਸਾਨੂੰ ਬਾਰ-ਬਾਰ ਦੇਸ਼ ਦਰੋਹੀ, ਦੇਸ਼ ਵਿਰੋਧੀ ਦੱਸਣ ਦੀ ਕੋਸ਼ਿਸ਼ ਕੀਤੀ ਗਈ। ਇੱਕ ਐਸੀ ਸਾਜ਼ਿਸ਼ ਰਚੀ ਗਈ ਜਿਸ ਸਾਜ਼ਿਸ਼ ਦਾ ਕੇਵਲ ਇੱਕ ਕਾਰਨ ਪੜਦਾ ਸੀਗਾ, ਸਰਕਾਰ ਇਹ ਬਰਦਾਸ਼ਤ ਨਹੀਂ ਕਰ ਰਹੀ ਸੀ ਕਿ ਸਾਡੇ ਖਿਲਾਫ ਕਿਸੇ ਨੇ ਬਗਾਵਤ ਖੜੀ ਕਰ ਦਿੱਤੀ ਆ, ਔਰ ਬਗਾਵਤ ਕਾਨੂੰਨਾਂ ਦੇ ਖਿਲਾਫ ਸੀਗੀ। ਕੋਈ ਵੀ ਸਾਡਾ ਕਿਸਾਨ ਵੀਰ, ਕੋਈ ਵੀ ਦੇਸ਼ ਦਾ ਆਦਮੀ ਨਾ ਦੇਸ਼ ਦੇ ਖਿਲਾਫ ਆ, ਨਾ ਦੇਸ਼ ਦੀ ਸਰਕਾਰ ਦੇ, ਬਲਕਿ ਦੇਸ਼ ਦੇ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਆ।
पर साडी सारी उस भावना नूं बदल के ते सानूं ऐ पेश किया गया जिवें असीं सरकार दे खिलाफ या सरकार दे नाल देश दे खिलाफ होईए। छब्बी तरीक नूं कि साडे किसान वीर जिहड़े इत्थे बैठे तुहानूं दस्सणगे, इन्हां नूं खुद नूं दस्सणगे, सारिआं ने इन्हां नूं डिसओन कर दिता, कह दिता जी साडा कोई वास्ता नहीं इन्हां दे नाल, साडा कोई वास्ता नहीं। असी तुरंत आके टीवी चैनलों पर बैठे डिफेंड किया, रौला पा पा के क्या जदों साडे इन्हां वीरां नूं सब ने डिसोन कर दिता, दिल्ली कमेटी ने बयान दे के क्या ये साडे अपने वीर ने, इन्हां ने कोई गलत काम नहीं किया। टीवी चैनलों पर जाके क्या असी जेल च जाके मिल के आए हैं भाई रणजीत सिंह और उन्होंने साथियों नूं, जसविंदर सिंह बुट्टर सारिआं नूं, और ये विश्वास दिवा के आए हैं कि तुहाडी लड़ाई लड़ांगे, तुहानूं जेल तो बाहर लेके आवांगे और दिल्ली दे सिख तुहाडे नाल डट के खड़े आ, ये तुहाडे वल्लों विश्वास दिवा के आए। इहदा की होया जदों ये विश्वास मावां नूं, जदों ये विश्वास परिवार वाले नूं मिलिया, परिवार वाले ने कहा साडे बच्चे सुरक्षित ने, असीं बाकियां नूं अंदोलन च आउण तो मना करता, कहंदे चिंता ना करो, डट के बैठे रहो, दिल्ली दे सिख ते दिल्ली कमेटी तुहाडे नाल खड़ी आ। जदों ये संदेश गया की होया, सरकार नूं एक गल समझ आ गई कि सरकार दे इस फैसले नाल जो असी बदनाम करने की कोशिश की सिखां नूं असी नाकाम हो गए। सरकार ने 3 दिन च अपना पलटा बदल लिया। 3-4 दिन बाद ही सरकार के मंत्रियों वालों बयान आउण लग पे। याद करो 30 तरीक 1 तरीक के आस पास केंद्रीय मंत्री राजनाथ जी का बयान आता है। वो क्यों बयान देंदे ने, उन्होंने समझ आ गया कि देश के सिख इन्हां 150 लोगों के नाल जाके खड़े हो गए ने, पलटा उल्टा पै गया, उल्टा पै गया। जो असी सोच के चले सी वो गल बनी नहीं, सरकार मुद्दे पार जा पई। फिर जदों सरकार नूं ये गल समझ आ गई कि जिन्हां नूं जेलां च असी बंद करदे पए आ उन्हां नूं लोग जेलां चों कढाउण वाले आ गए ने, जेलां चों मेरे नौजवान वीर निकलण लग पे। फिर सरकार ने की पैंतरा खेडिया, फिर सरकार ने साडा एक लीडर खड़ा किया, उस तो यह बयान दवाया एजेंसियां ने। ध्यान नाल सुणो, मैं तुहानूं अज गल्लां दस्सण लगा है, ये 2 महीनों का सारा कच्चा चिट्ठा जो मैं तुहाडे सामने रखण लगा है कि नक्शे बने सरकार ने, कितना कितना अपनी विਉਂਤਾਂ कटियां, हर विਉਂਤ नूं कितना दिल्ली के सिखां ने पस्त किया, हर विਉਂਤ दे रस्ते कढ के उसे सरकार के मूँह ते जाके मारे और सरकार नूं गिरा के थले लिआंदा। ये मैं तुहानूं एक एक करके दस्सण लगा है। साडा एक सिख आगू लिआंदा, उहदे तो बयान दवाया। बयान की दवाया, 6000 सिखां दा फोटोआं चले गईयां ने सरकार दे कोल, लिस्ट चले गई नामां दी सरकार दे कोल। हुण उन्हां 6000 बच्चों नूं नौकरी नहीं मिलूगी, हुण उन्हां 6000 बच्चों नूं पासपोर्ट नहीं मिलणगे, वो हुण 6000 बच्चे कदी विदेशां च नहीं जा सकणगे, उन्हां नूं कदी नौकरी नहीं मिल सकणगियां। क्यों? सरकार ने रस्ता लभा भी जे कोई सिख बोलूगा तो सिख डर जाणगे, मावां अपने पुत्तां नूं संघर्ष च नहीं भेजणगियां और यह संघर्ष नाकाम हो जाऊगा।
ਜਦੋਂ ਇਹ ਪਤਾ ਲੱਗ ਜੂ ਵੀ 6000 ਦਾ ਨਾਮ ਚਲੇ ਗਿਆ ਏ ਤੇ ਪਿੱਛੇ ਵਾਲੇ ਆਉਣਾ ਬੰਦ ਕਰ ਦੇਣਗੇ। ਅਸੀਂ ਡਟ ਕੇ ਫੇਰ ਕਿਹਾ ਇਹ ਸਰਕਾਰੀਏ ਆ। ਔਰ मैं ਅੱਜ ਫੇਰ गुरु तेग बहादुर साहब के दर से कहना है, बड़ा ठोक बजा के कहने गुरु तेग बहादुर साहब की बड़ी किरपा है अपनी कमेटी ते। 6000 छड्डो, 600 छड्डो, 60 छड्डो, जे साडे बैठिया साडी जानकारी च आउण तो बाद 6 बच्चे भी अंदर हो जाण ते सानू फड़ लियो। जे किसी की हिम्मत नहीं दिल्ली सिख गुरुद्वारा मैनेजमेंट कमेटी और दिल्ली दे सिखां दे रहिंदियां साडे बेकसूरे सिख परिवार नूं हत्थ पा दे, किसी की जरूरत नहीं हैगी। बोले सोनेहा। ਅਸੀਂ ਉਹ ਮਾਵਾਂ ਭੈਣਾਂ ਨੂੰ, ਆਪਣੇ ਵੀਰਾਂ ਨੂੰ, ਆਪਣੇ ਭਰਾਵਾਂ ਨੂੰ ਫੇਰ ਤੋਂ ਆਸ਼ਵਾਸਨ ਦਿੱਤਾ। ਔਰ ਮੈਂ ਅੱਜ ਫੇਰ ਜਨਤਕ ਤੌਰ ਤੇ ਕਹਿ ਰਿਹਾ ਖਾਲਸਾ ਜੀ, ਮੈਂ ਤੁਹਾਨੂੰ ਆંકੜੇ ਦੱਸ ਰਿਹਾ ਹਾਂ। ਜਿਹੜਾ ਵੀਰ ਵੀ ਜਨਤਕ ਤੌਰ ਤੇ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਾਜ਼ਰੀ 'ਚ ਜਨਤਕ ਤੌਰ ਤੇ ਦੱਸ ਰਿਹਾ ਤੁਹਾਨੂੰ, ਜਿਹੜਾ ਵੀਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਰਕਾਬਗੰਜ ਪਹੁੰਚ ਗਿਆ, ਸਾਡੀ ਜਾਣਕਾਰੀ 'ਚ ਆ ਗਿਆ, ਉਸ ਨੂੰ ਅੱਜ ਤੱਕ ਅਰੈਸਟ ਨਹੀਂ ਹੋਣ ਦਿੱਤਾ। ਭਾਵੇਂ ਜ਼ਮਾਨਤ ਲੈਣੀ ਪਈ ਹੋਵੇ, ਭਾਵੇਂ ਥਾਣੇ ਜਾ ਕੇ ਆਪ ਛੜਾ ਕੇ ਲਿਆਉਣਾ ਹੋਵੇ। ਇੱਕ ਵੀ ਮੁੰਡਾ ਵੀਰ ਮੇਰਾ ਜਿਹੜਾ ਰਕਾਬਗੰਜ ਸਾਹਿਬ ਪਹੁੰਚ ਗਿਆ ਨੌਵੇਂ ਪਾਤਸ਼ਾਹ ਦਰ ਤੇ, ਉਹਦਾ ਬਾਲ ਵੀ ਵਿੰਗਾ ਨਹੀਂ ਹੋ ਸਕਿਆ, ਉਹਦਾ ਕੋਈ ਬਾਲ ਵਿੰਗਾ ਨਹੀਂ ਕਰ ਸਕਿਆ। ਅੱਜ ਤੁਸੀਂ ਹੈਰਾਨ ਹੋਗੇ, ਰਕਾਬਗੰਜ ਸਾਹਿਬ ਵਿਖੇ ਜਿੰਨੇ ਮੁੰਡੇ ਆਏ ਉਹਨਾਂ ਨੂੰ ਕੋਈ ਨਹੀਂ ਫੜ ਸਕਿਆ। ਅਸੀਂ ਉਹਨਾਂ ਦੀ ਜ਼ਮਾਨਤਾਂ ਕਰਾਈਆਂ, ਐਂਟੀਸਪੇਟਰੀ 100 ਤੋਂ ਜ਼ਿਆਦੀਆਂ ਬੇਲਾਂ ਕਰਾਈਆਂ, ਬਾਕੀਆਂ ਨੂੰ ਛੜਾਇਆ। ਲੇਕਿਨ ਪਰਸੋਂ ਹੀ ਪੰਜਾਬ ਦੀ ਸਰਕਾਰ ਦੇ ਹੁੰਦਿਆਂ ਜਿਹੜੀ ਕਿਸਾਨੀ ਦੀ ਬਹੁਤ ਵੱਡੀ ਹਮਾਇਤੀ ਦੱਸਦੇ ਨੇ, ਮੈਂ ਕਿਸੇ ਨੂੰ ਦੋਸ਼ ਵਿਦੋਸ਼ ਨਹੀਂ ਲਾਉਣਾ, ਪਰ ਮੈਂ ਤੁਹਾਡੀ ਜਾਣਕਾਰੀ 'ਚ ਲੈ ਕੇ ਆਉਣਾ। ਔਰ ਮੈਂ ਸਰਕਾਰ, ਪੰਜਾਬ ਸਰਕਾਰ ਦੀ ਜਾਣਕਾਰੀ 'ਚ ਲਿਆਉਣਾ ਹੈ ਕਿ ਕਿਸ ਤਰੀਕੇ ਤੁਹਾਡੇ ਹੁੰਦਿਆਂ ਸਾਡੇ ਬੇਗੁਨਾਹ ਸਿੱਖਾਂ ਨੂੰ ਪੰਜਾਬ ਤੋਂ ਚੁੱਕ ਕੇ ਲਿਆਂਦਾ ਜਾ ਰਿਹਾ ਹੈ। ਇੱਕ ਹਰਜੋਤ ਸਿੰਘ ਸਨ ਆਫ ਗੁਰਚਰਨ ਸਿੰਘ ਪਿੰਡ ਭੁੱਲਰ ਮੁਕਤਸਰ ਸਾਹਿਬ ਤੋਂ ਪਰਸੋਂ ਉਹਨਾਂ ਨੂੰ ਪੁਲਿਸ ਪਕੜ ਕੇ ਮੁਕਤਸਰ ਤੋਂ ਲੈ ਆਈ, ਪੁਲਿਸ ਪਕੜ ਕੇ ਪੰਜਾਬ ਦੇ ਮੁਕਤਸਰ ਤੋਂ। ਦਿੱਲੀ ਪੁਲਿਸ ਇੱਥੋਂ ਜਾਵੇ, ਪੰਜਾਬ ਦੇ ਮੁਕਤਸਰ ਤੋਂ ਮੁੰਡਾ ਫੜ ਕੇ ਲੈ ਆਵੇ, ਦੱਸੋ ਇਹ ਪੰਜਾਬ ਸਰਕਾਰ ਦੀ ਸਾਡੀ ਕਮਜ਼ੋਰੀ ਹੈ ਜਾਂ ਨਹੀਂ ਹੈ? ਔਰ ਰਕਾਬਗੰਜ ਸਾਹਿਬ ਦਾ ਅੱਜ ਤੁਹਾਨੂੰ ਫੇਰ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਉੱਚੀ ਆਵਾਜ਼ 'ਚ ਇਹ ਗੱਲ ਬੇਨਤੀ ਕਰਨਾ ਚਾਹੁੰਦਾ ਹੈ, ਮੇਰੇ ਵੀਰੋ, ਜੇ ਤੁਹਾਡੇ ਤੇ ਕੋਈ ਐਸੀ ਦਿੱਕਤ ਆਉਂਦੀ ਆ, ਜੇ ਤੁਹਾਨੂੰ ਐਸਾ ਨੋਟਿਸ ਆਉਂਦਾ ਹੈ, ਸਾਡੀ ਜਾਣਕਾਰੀ 'ਚ ਲੈ ਕੇ ਆਓ। ਅਸੀਂ ਆਪਣੀ ਜਿੰਦ ਜਾਨ ਲਾ ਦੇਵਾਂਗੇ, ਤੁਹਾਡੇ ਬੱਚਿਆਂ ਦਾ ਨੁਕਸਾਨ ਨਹੀਂ, ਵੀਰਾਂ ਦਾ ਹੋਣ ਦਿਆਂਗੇ। ਤੁਹਾਨੂੰ ਆਸ਼ਵਾਸਨ ਦਵਾਉਣੇ ਦਿੱਲੀ ਦੀ ਸੰਗਤ ਵੱਲੋਂ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਜਿੱਥੋਂ ਮੈਂ ਤੁਹਾਨੂੰ ਗੱਲ ਸ਼ੁਰੂ ਕਰ ਰੱਖੀ ਸੀ, ਕੀ ਕੀਤਾ, 6000 ਬੱਚਿਆਂ ਦੀਆਂ ਫੋਟੋਆਂ ਨੇ, ਲਿਸਟਾਂ ਨੇ, ਨਾਮ ਨੇ। ਮੈਂ ਉਸ ਵੀਰ ਨੂੰ, ਉਸ ਲੀਡਰ ਨੂੰ, ਉਸ ਸਰਕਾਰ ਦੇ ਏਜੰਟ ਦੇ ਰੂਪ 'ਚ ਕੰਮ ਕਰਨ ਵਾਲੇ ਨੂੰ ਪੁੱਛਣਾ ਚਾਹੁੰਦਾ ਹੈ, ਇਹ ਜਨਤਕ ਤੌਰ ਤੇ ਟੀਵੀ ਤੇ ਆ ਕੇ ਦੱਸ ਤੇ ਦੇ, ਤੈਨੂੰ 6000 ਬੰਦਿਆਂ ਦੀ ਲਿਸਟ ਦੇ ਕੇ ਕੌਣ ਗਿਆ ਸੀ? ਤੂੰ ਖੁਦ ਹੀ ਕਹਿ ਰਹੇ ਜੇ ਪੁਲਿਸ ਕੋਲ ਆ, ਏਜੰਸੀਆਂ ਕੋਲ ਆ। ਜੇ ਏਜੰਸੀਆਂ ਕੋਲ ਲਿਸਟ ਆ, ਉਹ 6000 ਬੰਦਿਆਂ ਦੀ ਲਿਸਟ ਮੇਰੇ ਕੋਲ ਤੇ ਪਹੁੰਚੀ ਨਹੀਂ, ਤੁਹਾਡੇ ਕੋਲ ਹੈਗੀ ਆ ਜੀ? ਤੁਹਾਡੇ ਕੋਲ ਕਿਸੇ ਕੋ ਹੈ? ਦੱਸੋ ਜੀ। ਹਰਮੀਤ ਸਿੰਘ ਜੀ, ਤੁਹਾਡੇ ਕੋਲ ਲਿਸਟ ਹੈਗੀ ਆ? ਕਿਸੇ ਮੈਂਬਰ ਕੋਲ ਹੋਵੇ, ਬਾਬਾ ਜੀ ਤੁਹਾਡੇ ਕੋਲ ਲਿਸਟ ਪਹੁੰਚੀ ਹੋਵੇ, ਤੁਹਾਡੇ ਕੋਲ ਆਈ ਹੋਵੇ, ਕਿਉਂ ਗਈ ਆ? ਸਰਕਾਰੀਆਂ ਦੇ ਕੋਲ ਗਈ ਲਿਸਟ, ਏਜੰਸੀਆਂ ਦੇ ਏਜੰਟਾਂ ਦੇ ਕੋਲ ਲਿਸਟ ਪਹੁੰਚ ਗਈ 6000 ਬੰਦਿਆਂ ਦੀ। ਅਰੇ ਸਾਨੂੰ ਵੀ ਲਿਸਟ ਦਿਖਾ ਦਿਓ। ਔਰ ਮੈਂ ਫੇਰ ਜਨਤਕ ਤੌਰ ਤੇ ਕਹਿ ਦਿੰਦਾ ਹੈ, ਸਰਦਾਰ ਸਾਹਿਬ ਤੁਸੀਂ ਬੱਚਿਆਂ ਨੂੰ ਡਰਾ ਰਹੇ ਸੀ, ਤੁਸੀਂ ਮਾਵਾਂ ਨੂੰ ਡਰਾ ਰਹੇ ਸੀ, ਲਓ ਅਸੀਂ ਤੁਹਾਨੂੰ ਐਲਾਨੀਆਂ ਕਰਕੇ ਕਹਿੰਦੇ ਆ, ਐਲਾਨੀਆਂ ਕਰਕੇ ਐਲਾਨ ਕਰਦੇ ਆ ਸਾਰੇ ਸਿੱਖ ਵੀਰਾਂ ਦੇ ਵਿੱਚ ਬਹਿ ਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਲਿਆਓ 6000 ਸਿੱਖਾਂ ਦੀ ਲਿਸਟ। ਜੇ 6000 ਸਿੱਖਾਂ ਚੋਂ 5999 ਦੇ ਇਲਾਵਾ ਇੱਕ ਵੀ ਪੁਲਿਸ ਨੂੰ ਹੱਥ ਪਾਉਣ 'ਚ ਕਾਮਯਾਬ ਹੋ ਜੇ, ਜੇ 6000 ਚੋਂ ਇੱਕ ਨੂੰ ਵੀ ਹੱਥ ਪਾਉਣ 'ਚ ਪੁਲਿਸ ਕਾਮਯਾਬ ਹੋ ਜਾਏ, ਅਸੀਂ ਛੱਡ ਕੇ ਘਰ ਨੂੰ ਚਲੇ ਜਾਵਾਂਗੇ। ਅਸੀਂ ਗੁਰੂ ਦੇ ਸੱਚੇ ਸਿੱਖਾਂ 6000 ਦੀ ਜ਼ਿੰਮੇਵਾਰੀ ਲਵਾਂਗੇ, ਸਿੱਖਾਂ 'ਚ ਖੜੇ ਬੋਲੇ ਸੋਨੇਹਾ। ਡਰਾਉਂਦੇ ਜੇ ਸਾਨੂੰ, ਡਰਾਉਂਦੇ ਜੇ। ਤੁਸੀਂ ਸੋਚਦੇ ਅਸੀਂ ਡਰ ਜਾਵਾਂਗੇ? ਨਹੀਂ ਡਰਾਂਗੇ। ਆਪਣੇ ਸਿੱਖਾਂ ਨੂੰ ਅੱਗੇ ਕਰਕੇ ਡਰਾਇਆ ਜਾਂਦਾ ਹੈ। ਖਾਲਸਾ ਜੀ, ਇੱਕ ਨਵਾਂ ਕੰਮ ਸ਼ੁਰੂ ਹੋ ਗਿਆ। ਮੈਨੂੰ ਪਰਸੋਂ ਵੀ ਬੜੀ ਸੰਗਤ ਚਿੰਤਾ ਕਰ ਰਹੀ ਹੈ, ਅੱਜ ਵੀ, ਸਵੇਰੇ, ਕੱਲ ਵੀ, ਰੋਜ਼। ਹੁਣ ਇੱਕ ਨਵਾਂ ਕੰਮ ਸ਼ੁਰੂ ਕੀ ਕਰ ਦਿੱਤਾ ਕਿ ਗੁਰਦੁਆਰਾ ਕਮੇਟੀ ਨੂੰ ਖੋਣਾ ਹੈ।
बड़ी जरूरी चीज़ आ तुहाडी जानकारी च लियाउणी। गुरुद्वारा कमेटी खोणी आ, किस तरह खोणी आ? देखो मैं तुहानूं एक जानकारी दियां, जदों 1920 के अंदर आपां साडे वड्डे बजुर्गां ने लड़ाई लड़ के चाबियां दा मोर्चा जित के हासिल किया, वो की सीगा? सरकारी लोगों तो गुरु घर जिहड़े आज़ाद कराने, सरकारियां तो गुरु घर आज़ाद कराने। तुहानूं पता है उस वेले की लिख के भेजिया? गोरियां दे इत्थों सरकार दे अफसरां ने अपने इंग्लैंड दे राजे नूं लिख के भेजिया, दिस इज स्टेट विद इन द स्टेट, दिस इज किंगडम विद इन द किंगडम। उन्हें क्या एक सरकार दे विच एक वक्री सरकार आ सिखां दी, जेकर इसनूं नहीं रोकिया गया, जेकर इसनूं नहीं कमजोर किया गया, साडा लंबा समा इत्थे रहना औखा हो जाऊगा, क्योंकि ये पैरल सरकार है एक सरकार दे। उदण तो उन्होंने की तय किया? सरकार दियां एजेंसियां ने तय किया भी हुण आपां सिखां नूं बदनाम करिए। बदनाम किवें करिए? इन्हां दे गुरु धामां नूं बदनाम करो। ये कहो जी इत्थे करप्शन आ जी, इत्थे फलाना बैठदा जी, इत्थे दुविधा पाओ, किसी नूं एक पंथ नाल जोड़ो, किसी नूं दूजे नाल जोड़ो, इन्हां नूं लड़ाओ। इन्हां दा स्टेट विद इन स्टेट वाला जिहड़ा स्टेटस आ वो खत्म करो। ये कोई सरकार नहीं सोचती, माता जी एजेंसियां सोचदियां ने। मैं तुहानूं अज एक जानकारी देण लगा, शायद बहुते लोगों को नहीं पता होना, जिन्हों IB कहा जाता, इंटैलीजेंस ब्यूरो IB कहा जाता है। ये IB कोई हिंदुस्तान की सरकार ने नहीं बनाई, ये IB गोरियां ने बनाई सी। और जिथे IB दे अफसर, जिथे IB दे हैडकुआटर, जिथे IB दे लोग बैठते हैं, ये 1947 तो पहला भी आई सीगे। ये IB एक संस्था सोच आ, ये एजेंसी एक सोच आ। सरकार किसी दी भी बने, सोच IB दी रहिंदी आ, सोच उन्हां लोगों की रहिंदी आ जिहड़े सिखां नूं कमजोर करना चाहुंदे ने। हुण तुसीं देखो, तुहानूं याद होवे 2018 के अंदर सरकार ने एक ऐलान कर दिता कि असीं हजूर साहब की कमेटी सरकार तय करूगी, सिख तय नहीं करनगे। बड़े ध्यान नाल सुनने वाली गल आ। 2018 च सरकार ने ऐलान कर दिता कि हजूर साहब की कमेटी सिख तय नहीं करनगे, सरकार तय करूगी। उस वेले भी मैं कल्ला सी जिन्हें खड़ के बयान दिता, इट नैट खड़का देंगे सरकार दी, जे साडे गुरुद्वारियां वाल मूँह करने की कोशिश की, इट नैट खड़का देंगे सरकार दी। निरंतर कोशिश की जा रही है, क्योंकि हर कोई जानता है पटना साहब की कमेटी होवे, श्रोमणी गुरुद्वारा प्रबंधक कमेटी होवे, दिल्ली सिख गुरुद्वारा मैनेजमेंट कमेटी होवे, ये गवर्नमेंट विद इन दी गवर्नमेंट है। सरकार दे विच एक वक्री सरकार आ, क्योंकि उन्हां दी भावना की आ कि इन्हां नूं जे नहीं तोड़िया, हुण तोड़ना क्यों चाहुंदे आ? तोड़ना इस करके चाहुंदे आ, जदों श्री अकाल तख्त साहब ते हमला किया, वो किसी बिल्डिंग ते हमला नहीं किया सी, वो मीरी पीरी दे सिद्धांत ते हमला किया सी। वो हमला सीगा जेड़ा मुगलों ने किया सी। जदों पुछया ये सिख लड़दे किवें ने, इन्हां च नहीं जान आउंदी कित्थों आ, ते उन्हां दे जिहड़े अहलकार सी, जिहड़े जानकारियां इकट्ठियां करदे सी, उन्हां कहा दरबार साहब च एक सरोवर आ, उत्थे इन्हां दा एक तख्त आ, पता नहीं उत्थों सरोवर चों कुछ पींदे ने, उस तख्त ते मत्था टेकदे ने, ते फिर शेर होके बाहर निकल आउंदे ने। मुगलों ने तय किया सरोवर पूर दियो, सानू बर्दाश्त नहीं। ये बगावत करने वाले लोग सरकारां दे सिस्टम के खिलाफ बगावत करते हैं, पूर दियो तुसी उस सरोवर। मौजूदा सरकारां नूं पुछया बई गल की है, सिखां च इन्नी ताकत क्यों आउंदी है, इन्हां दी एकजुटता क्यों नहीं टुटदे पे यार। मौजूदा सरकारां ने पुछया कि एडी केड़ी ताकत आ, अमरीका कनेडा आस्ट्रेलिया न्यूजीलैंड हर जगह एकजुट हो जाते हैं, अरे केड़ी चीज इन्हां जोड़दी आ? उन्हें कहा श्री अकाल तख्त, इन्हां दा सब तो उच्चा ते सुच्चा तख्त जिहदे अगे सीस झुकाउंदे ने, वो तख्त इन्हां ताकत दिंदा है, वो तख्त इन्हां नूं जोड़दा है। सरकारां कहो तख्त हटा दिओ, सरकारां ने कहा तख्त हटा दिओ, क्यों? उन्हें कहा आपां इन्हां दी ताकत नूं तोड़ना है। सरकार नूं गल समझ नहीं आई।
अकाल तख्त एक सोच आ जिहड़ी सिख दे अंदर धारण कर चुकी आ। उस सोच सिख दे खून दे नाल चलदी आ। जिवें जिवें सिख दा खून उहदे शरीर च चलदा है उवें उवें अकाल तख्त दी सोच, मीरी पीरी दी सोच, वो सिद्धांत गुरु साहब दा बख्शिया उहदे शरीर दे अंदर चलदा है। जदों जदों वो खून सिख दे दिल तो निकलदा है उहदे दिल दे अंदर भी वो सोच जाती है। जदों जदों दे दिमाग च घुमदा है उहदे दिमाग च वो सोच जाती है। श्री अकाल तख्त साहब दी वो सोच सिखां दे अंदर घर कर चुकी। उस सोच नूं मारिया नहीं जा सकता। अज दियां मौजूदा सरकारां भी की सोचदियां ने, उन्होंने अकाल तख्त आया। सरकार दी मैं खिलाफत च नहीं, मैनू किसी सरकार दी प्रॉब्लम नहीं, मैनू प्रॉब्लम सरकार दे विच बैठे लोगों की सोच ते आ, जिहड़ी सोच साडी सिक्खी दे खिलाफ होके साडी सिक्खी नू खत्म करन ते लगी आ। किन्ने न्यारे न्यारे रस्ते लभे जांदे ने। कदी किसी दे नाल धर्म नाल जोड़ के लोगों नू लड़ाया जाता है, कदी कुणबे नाल जोड़ के, कदी जात नाल जोड़ के लड़ाया जाता है। एजेंसियां उही ने जिन्हों इंटैलीजेंस ब्यूरो कहंदे आ, ਜਿਹੜੀਆਂ 100 150 200 साल तो बैठिया ने। सोच उन्हां दी नहीं बदली। उन्हां दे पिछे सोच की आ, उन्हां दे पिछे उन्हां लोगों की सोच आ जिहड़े साडे धर्म नूं खात्मा करना चाहुंदे, जिहड़े सानूं सिख मनना ही नहीं चाहुंदे, जिहड़े कहंदे सिख वखरा धर्म नहीं। वो सोच उन्हां दे अंदर घर कर चुकी, वो सानूं कमजोर करके खत्म करना चाहुंदे आ। अज दियां एजेंसियां की कर रही ने, देखिया कि दिल्ली सिख गुरुद्वारा मैनेजमेंट कमेटी दिल्ली दे सिखां दी एडी वड्डी ताकत बन चुकी आ। ये स्टेट विद इन स्टेट बन चुकी आ, क्योंकि जदों सरकार ने कहा असीं मुंडे अंदर करने आ, दिल्ली दे सिखां ने ऐलान कर दिता असीं अपने बच्चों के नाल खड़े हाँ, असीं जेलां च नहीं सड़न देंगे, बाहर लैके आवांगे। सरकार की तकलीफ शुरू हो गई। एजेंसियां ने रौला पाउणा शुरू करता। तुहानूं कहा सी ना इन्हां नूं तोड़ो, इन्हां नूं खत्म करो। अज उही एजेंसियां फिर जींदा होके की कर रही ने, कह रही मौजूदा कमेटी नूं इलैक्शन नहीं लड़न देनी। क्यों नहीं लड़न देनी? कहंदे जे कमेटी रहूगी तो फिर ये लड़ाई लड़ूगी। इन्हों ने 3 महीनों के अंदर 4 महीनों चो लड़ाई लड़के किसानी अंदोलन नूं दोबारा जींदा करता। मेरे माता जी, मैं अज गुरु तेग बहादुर साहब जी के दर दे खड़ा होकर गुरु साहब की हाजरी च गल कह रहे, असीं कई नहीं पर अज कह रहे हैं संगत जी, जेकर उदण दिल्ली के लोग रौला पा के अपने किसान वीरां दा साथ ना दिंदे, जे 26 तरीक नूं जो घटनाक्रम घटिया, जे दिल्ली के लोग रौला ना पाउंदे, असीं अपने वीरां दे नाल खड़े हाँ। और टकेत दूजे पासे खड़ा होकर ना कहिंदा भी सिख जिहड़े ने देश के वफादार ने, ये उस दिन अंदोलन चुका के इन्होंने बाहर कढ़ देना सीगा, साडे बच्चे जेलों च रहने सी। खालसा जी बैठे आ, ये तुहानूं दस्सणगे। वो सीए वाले 8-8 महीने हो गए ने अंदर बैठे, 8 महीने 8 महीने रहना दस्सिया। उस तो पहला पता नहीं कदों दे बैठे ने। कोई जमानत कराउण वाला नहीं गया, क्योंकि लोग उन्होंने दे नाल खड़े नहीं हुए। अज वो सोच नूं मारन की कोशिश करके कित्थों तक पहुंच गई। कहते मीरी पीरी के सिद्धांत नूं खत्म करना है। किवें खत्म करना है? एक नवा सूबा छड़ दिता। आ ध्यान दिओ जे जरा, बड़े गहराई नाल सोचण दी गल आ। देश के अंदर नहीं, दुनिया के अंदर जदों तुहाडे तों कोई चीज़ खोई जाएगी ना, तुहानूं दिखा के नहीं खोई जाएगी, तुहानूं दिखा के नहीं खोई जाएगी। जिवें ठग ठगी मारदा है ना, वो की करदा है? वो सामने तुहानूं ऐसा चमत्कार दिखाउंदा है कि तुहानूं उहदियां गल्लां चंगियां लगण लग पैंदियां। कहंदा मैं तैनूं आ चीज़ देऊंगा, तुहानूं लगदा सानूं देण लगा है। वो देण नहीं लगा हुंदा, तुहाडे तों लैण लगा हुंदा है। जदों किसानी दे बिल बनाए, की क्या सरकार ने? सरकार ने कहा असीं बड़े सोहणे बिल बनाए हैं, तो नाल की गल कही, हम बिचौलियों को खत्म करना चाहते हैं। यही गल कही सी ना, किसान वीरों यही कहा सी ना, हम आड़तियों को खत्म करना चाहते हैं। सरकार ने नहीं कहा सी किसानी खत्म करनी है। सरकार नूं बह जाओ जी, बह जाओ, देखो पिछे संगत नूं सुन लैंदे हो, बह जाओ खड़े होके क्यों वेख सुनते तुहानूं फिर भी रिहा। सरकार ने यह नहीं कहा भी असीं किसानी खत्म करनी है। सरकार ने एक साजिश के तरीके नाल वर्ड यूज किया, हम बिचौलिए खत्म करना चाहते हैं, हम आड़तिए खत्म करना चाहते हैं, ताकि किसान जिहड़ा उहनूं बेवकूफ बना के उस तो खो लिया जाएगा। पर किसान के बच्चे जिहड़े ने
ਉਹ ਲਾਅ ਗ੍ਰੈਜੂਏਟ ਕਰ ਚੁੱਕੇ ਨੇ, IAS ਬਣ ਗਏ ਨੇ, IPS ਬਣ ਗਏ ਨੇ, ਜੱਜ ਬਣ ਗਏ ਨੇ, ਵਕੀਲ ਬਣ ਗਏ ਨੇ। ਉਹਨਾਂ ਨੇ ਆਪਣੇ ਮਾਂ-ਬਾਪ ਨੂੰ ਸਮਝਾਇਆ, ਬਾਪੂ ਇਹ ਦੇ ਨਹੀਂ ਰਹੇ, ਇਹ ਤਾਂ ਆਪਣੇ ਤੋਂ ਖੋ ਰਹੇ ਨੇ। ਆ ਜਿਹੜੀਆਂ ਤੁਹਾਨੂੰ ਗੱਲਾਂ ਦੱਸਦੇ ਨੇ, ਇਹ ਤਾਂ ਸਾਨੂੰ ਪੜਾਉਂਦੇ ਸੀ, ਖੋਣਾ ਕਿਵੇਂ ਆ। ਜਦੋਂ ਡੀਮੋਨੇਟਾਈਜੇਸ਼ਨ ਲੈ ਕੇ ਆਂਦੀ ਕੀ ਕਿਹਾ, ਮੈਂ ਤੁਹਾਨੂੰ ਯਾਦ ਕਰਾਉਣ ਲੱਗਾ, ਤੁਹਾਨੂੰ ਸਮਝ ਆਊਗਾ ਅੱਜ ਇਹ ਕੰਮ ਕਿਉਂ ਹੋ ਰਿਹਾ, ਮੈਂ ਤੁਹਾਨੂੰ ਇਹ ਗੱਲਾਂ ਕਿਉਂ ਦੱਸ ਰਿਹਾ। ਜਦੋਂ ਡੀਮੋਨੇटाइजेशन ਲਿਆਂਦੀ ਕੀ ਕਿਹਾ, कहते अमीर और गरीब का फासला खत्म कर देंगे, अब अमीर भी लाइनों में खड़े होंगे। यही क्या सी ना, मैनू दस दियो किसी ने मुकेश अंबानी नू लाइन च खड़िया देखा सी, किसी ने अनिल अंबानी नू लाइन च खड़िया देखा सी, किसी ने अडानी नू टाटा नू लाइन च खड़िया देखा सी? नहीं। लाइन च कौन खड़ा होया? गरीब जिहदे घर च 10-20 हज़ार सी, वो भी बैंक च दे आया। फिर उस पैसे का की होया? ਉੱਥੇ ਲੁਟੇਰੇ ਪਹੁੰਚ ਗਏ, ਹਜ਼ਾਰਾਂ ਕਰੋੜ ਦਾ ਲੋਨ ਲੈ ਕੇ ਭੱਜ ਗਏ, ਨੀਰਵ ਮੋਦੀ ਵਰਗੇ। ਪਰ ਸਰਕਾਰ ਨੇ ਇਹ ਨਹੀਂ ਕਿਹਾ ਵੀ ਆਹ ਕੰਮ ਕਰਾਂਗੇ, ਤੁਹਾਡੇ ਪੈਸੇ ਜਮ੍ਹਾਂ ਕਰਾ ਕੇ ਖੋਵਾਂਗੇ, ਫਿਰ ਤਾਂ ਤੁਸੀਂ ਜਮ੍ਹਾਂ ਹੀ ਨਾ ਕਰਾਉਂਦੇ। ਝਾਂਸਾ ਇਹ ਦਿੱਤਾ ਵੀ ਅਮੀਰ ਔਰ ਗਰੀਬ ਦਾ ਫਾਸਲਾ ਖਤਮ ਕਰ ਦੇਵਾਂਗੇ, ਝਾਂਸਾ ਇਹ ਦਿੱਤਾ। ਇਸੇ ਤਰ੍ਹਾਂ ਹੁਣ ਝਾਂਸਾ ਕੀ ਦਿੰਦੇ ਨੇ, ਕਹਿੰਦੇ ਰਿਲੀਜੀਅਸ ਲੋਕ ਇਲੈਕਸ਼ਨਾਂ ਲੜਨਗੇ। ਭਾਈ ਸਾਨੂੰ ਦੱਸ ਦਿਓ ਕਿਹੜੇ ਹੁੰਦੇ ਨੇ? गुरु साहब ने जिहड़ा मीरी और पीरी का सिद्धांत बनाया, उस सिद्धांत नूं खत्म करन ते लगे ने। ये नहीं कहंदे भी असीं सिद्धांत खत्म करना। की कीता? अपने को चंद सिख फड़े, उन्हां दी ड्यूटी लाती, भाई अपने सिखां दा गला घुट के आओ। सरकार नहीं कुटनी, सरकार नहीं कुट रही। सरकार ने अपने सिख अगे लाते गला कुटन वास्ते भी सरकार नूं पता ना लगे पिछे कौन आ। सिख गला घुटणगे, सिख पता की कहण लग पे, हुण जी कोई रिलीजियस पार्टी इलैक्शन लड़ूगी, रिलीजियस पार्टी इलैक्शन लड़ूगी। सीधी तरह ही कह दिओ डीमोनेटाइजेशन वाला काम और किसानी बिल वाला काम हुण दिल्ली कमेटी ना करन लगे हैं। दिखावांगे कुछ, करांगे कुछ। मीरी पीरी दे सिद्धांत नूं खत्म करन वास्ते वो लोग जीदा हो गए, जिन्हां लोगों नूं तुसीं अज तक खड़े नहीं होण दिता सी, उन्हां ने अपने चंद सिख अगे ला के उन्हां दे जुम्मे लाता। अज मैं तुहानूं दस्सण लगा, मैं अज तक बोलिया नहीं सी, मैं तुहानूं कहा सी कि अज मैं तुहानूं ओह गल्लां दस्सूं जो पिछले 2 महीनों के अंदर घटनाक्रम घटे ने। तुहाडीआं अखां खुल्लियां दियां खुल्लियां रह जाणगीआं कि किस तरह दीयां साजिशां घटियां जा रहीआं ने साडे सिखां दा नुकसान करन लई। जिहड़े लोग साडे खिलाफ कोर्टां च लड़ाई लड़दे ने, तुहानूं पता हो कौन ने? वो सरकारीए ने। उन्हां दी सरकार दी ड्यूटी लगी आ कि तुसीं सिखां वाला भेज दिखाउणा है ते भेड़ूए वाला काम करना है। सिख बन के जाना है ते सिक्खी नूं खा के आउणा है। मैं अज तुहानूं दसदा है, ये वो लोग ने जिद्दन मेरे किसान वीरां ते मेरे सिखां ते बाणे आई, मैं खुद फोन करके रिकॉर्डिंग उन्हां नूं पुछ रहे हो जे एक गल सुना दूंगा। मैं फोन करके इन्हां वकीलों नूं फोन किया, मैं क्या हुण आपां किवें करिए, आपां नूं केस लड़ना है, अपने वीर अंदर हो गया, हुण इन्हां दा केस लड़ना पऊगा। मैनूं कहंदे ना मैं तो नहीं लड़ सकदा। ध्यान नाल सुनियो जी, कहंदे मैं तो नहीं लड़ सकदा। और सिर से मैं तेनों भी सलाह दिना, मैनूं भी सलाह दित्ती एक नेक, जिहड़े अज कह रहे ने ना, की सलाह दिंदा है? कहंदा सिर से काम ना कर, गोंगलुआं तो मिट्टी झाड़ी जा, केस ना लड़ी। वो पंजाब वाले कहंदे असीं लड़ना, उन्होंने जगह दे दे, तू सामने ना आवीं, तू केस ना लड़ी। ये गल मैनूं कही है। ये लोग जिहड़े सिक्खी दी गल करदे ने, सिख दे पेस दे अंदर कौन हो सकदे ने? कहंदे ने सरकार जिहड़ी आ उहदे नाल लड़ाई च ना पवी। उधरों किसान तेरे खिलाफ हो जाएंगे क्योंकि किसानों ने बच्चे डिसोन कर दिते ने, इन्होंने क्या साडा कोई वास्ता नहीं इन्हां दे नाल। और उधरों सरकार तेरे दिवाले हो जूगी। ये वो लोग ने अज इन्होंने फिर चिंता खड़ी होगी। क्यों? क्योंकि मीरी ते पीरी का सिद्धांत खत्म करने की जिम्मेवारी सरकार ने इन्हां दी लाई आ। ये टीवियां ते आके बोलना शुरू करता, टेप है ये नहीं बोलते, इन्हां नूं रिकॉर्ड करके मैसेज दिता भी तुसीं आ बोलना। ਇਹਦੇ ਨਾਲ ਸਿੱਖਾਂ ਦੇ ਅੰਦਰ ਭਰਮ ਫੈਲਾਓ। ਅਸੀਂ ਦਿੱਲੀ ਦੀ ਸਰਕਾਰ ਨੂੰ ਇਹ ਗੱਲ ਕਹੀ ਕਿ ਮੈਂਬਰ ਚੁਣ ਕੇ ਆਉਂਦੇ ਨੇ, ਇਹਦੇ ਅੰਦਰ ਐਂਟੀ ਡਿਫੈਕਸ਼ਨ ਲਾਅ ਲੈ ਕੇ ਆਓ ਤਾਂ ਕਿ ਕੋਈ ਮੈਂਬਰ ਇੱਧਰ ਉੱਧਰ ਨਾ ਜਾ ਸਕੇ। ਕਹਿੰਦੇ ਨਹੀਂ ਇਹ ਕੰਮ ਨਹੀਂ ਕਰਾਂਗੇ ਅਸੀਂ। ਕਿਉਂ? ਕਹਿੰਦੇ ਇਹ ਮੈਂਬਰ ਇੱਧਰ ਉੱਧਰ ਸਰਕਾਰ ਨੇ ਤੇ ਕਰਨੇ ਹੁੰਦੇ, ਜੇ ਲਾਈ ਬਣਾਤਾ ਤਾਂ ਸਾਡੇ ਹੱਥ ਕੀ ਰਹੂਗਾ।
ਇਸੇ ਸਰਕਾਰਾਂ ਨੇ ਪਹਿਲਾਂ ਕੀ ਕੋਸ਼ਿਸ਼ ਕੀਤੀ 2010 'ਚ ਕੋਸ਼ਿਸ਼ ਕੀਤੀ ਵੀ ਜਿਹੜੇ 51 ਮੈਂਬਰ ਬਣ ਕੇ ਆਉਂਦੇ ਨੇ ਇਹਨਾਂ ਦੀ ਪਾਵਰ ਖਤਮ ਕਰੋ, ਇੱਕ ਪ੍ਰਧਾਨ ਬਣਾ ਦਿਓ। ਸਰਕਾਰ ਨੇ ਫਾਈਲ ਚਲਾਤੀ, ਸਰਕਾਰੀ ਲੀਡਰ ਬੋਲਣ ਲੱਗ ਪਏ ਹੁਣ ਆਹ ਇਲੈਕਸ਼ਨ ਹੋਊਗੀ। ਕਿਸੇ ਨੇ ਜਾ ਕੇ ਸਰਕਾਰ ਨੂੰ ਸਮਝਾਇਆ ਵੀ ਇਹ ਕੰਮ ਕਿਉਂ ਕਰਨ ਲੱਗੇ ਜੇ। ਏਜੰਸੀਆਂ ਕਹਿੰਦੀਆਂ ਜੀ ਇੱਕ ਬੰਦਾ ਹੋਊਗਾ ਅਸੀਂ ਨੂੰ ਕਾਬੂ ਕਰ ਲਵਾਂਗੇ, 51 ਨੂੰ ਕਾਬੂ ਕਿਵੇਂ ਕਰੀਏ। ਉਹਨਾਂ ਕਿਹਾ ਜੀ ਇੱਕ ਹੀ ਹੋਇਆ ਤੇ ਇੱਕ ਕਾਬੂ ਹੀ ਨਾ ਹੋਇਆ ਫੇਰ ਕੀ ਕਰੋਗੇ। ਜੇ ਕੋਈ ਸਿਰ ਫਿਰ ਆ ਕੇ ਬਹਿ ਗਿਆ ਉਹ ਕਾਬੂ ਹੀ ਨਾ ਆਇਆ ਫਿਰ ਕੀ ਕਰੋਗੇ। ਸਰਕਾਰ ਨੇ ਕਿਹਾ ਗੱਲ ਤੇ ਠੀਕ ਆ, ਫਾਈਲ ਬੰਦ ਕਰ ਦਿਓ, ਇਹ ਤਾਂ ਬੜਾ ਕੰਮ ਗਲਤ ਹੋ ਚੱਲਿਆ ਸੀ, ਇਹ ਤੇ ਆਪਾਂ ਸਿੱਖਾਂ ਨੂੰ ਹੋਰ ਤਾਕਤ ਦੇ ਦੇਣ ਲੱਗੇ ਸੀ। ਅੱਜ ਉਹੀ ਸਰਕਾਰਾਂ ਤੇ ਬਾਬੂ, ਉਹੀ ਏਜੰਸੀਆਂ ਜਿਨ੍ਹਾਂ ਦੀ ਇੱਕੋ ਸੋਚ ਆ, ਉਹ ਲੋਕ ਇਹਨਾਂ ਦੇ ਪਿੱਛੇ ਨੇ ਜਿਹੜੇ ਸਿੱਖਾਂ ਨੂੰ ਸਿੱਖ ਮੰਨਣ ਨੂੰ ਤਿਆਰ ਨਹੀਂ। ਕਹਿੰਦੇ ਹੁਣ ਕੀ ਕਰੀਏ, ਕਹਿੰਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਖਤਮ ਕਰੋ, ਇਹਨਾਂ ਨੂੰ ਇੱਕ ਡੱਬੀ ਬਣਾ ਕੇ ਰੱਖ ਦਿਓ। ਇਹ ਗੁਰਦੁਆਰੇ ਦੇ ਅੰਦਰ ਭਾਈ ਪਾਠੀ ਰਾਗੀ ਢਾਡੀ ਇਹਨਾਂ ਤੱਕ ਸੀਮਿਤ ਕਰਕੇ ਰੱਖ ਦਿਓ। ਜਿਹੜੀ ਸਿੱਖਾਂ ਦੀ ਵੱਡੀ ਤਾਕਤ ਬਣ ਕੇ ਉੱਭਰ ਰਹੀ ਆ ਉਸ ਤਾਕਤ ਨੂੰ ਕਿਸੇ ਤਰੀਕੇ ਰੋਕੋ। ਜਿਸ ਤਰ੍ਹਾਂ ਸਿੰਘ ਸਭਾਵਾਂ ਬਣਦੀਆਂ ਨੇ ਉਹ ਤਾਕਤ ਹੋਊਗੀ, ਕੁਝ ਕਰ ਹੀ ਨਹੀਂ ਸਕਣਗੇ ਅਗਰ ਤਾਕਤ ਨਹੀਂ ਹੋਊਗੀ ਤੇ। ਔਰ ਉਹਦੇ ਸਾਥ ਸਾਡੇ ਵੀਰ ਦੇ ਰਹੇ ਨੇ। ਮੈਂ ਅੱਜ ਇੱਕ ਗੱਲ ਆਪਣੀ ਦਿੱਲੀ ਦੀ ਸੰਗਤ ਨੂੰ ਕਹਿਣ ਲੱਗਾ, ਸੰਗਤ ਜੀ ਸਾਨੂੰ ਕਿਸੇ ਲੋਭ ਲਾਲਚ ਦੀ ਲੋੜ ਨਹੀਂ, ਅਸੀਂ ਇਕੱਲੇ ਵੀ ਰਹਿ ਜਾਈਏ, ਇਕੱਲੇ ਵੀ ਰਹਿ ਜਾਈਏ, ਕੋਈ ਨਾਲ ਨਾ ਰਵੇ, ਪਰ ਇਸ ਗੱਲ ਦੀ ਤਸੱਲੀ ਨਾਲ ਜੀਵਾਂਗੇ ਕਿ ਉਸ ਮੇਰੇ ਮਾਲਕ ਦਾ ਦਿੱਤਾ ਸਿਧਾਂਤ ਮੀਰੀ ਪੀਰੀ ਤੇ ਅਸੀਂ ਪਹਿਰਾ ਦਿੱਤਾ। ਭਾਵੇਂ ਇਕੱਲੇ ਰਹਿ ਗਏ ਪਰ ਗੁਰੂ ਤੋਂ ਮੂੰਹ ਨਹੀਂ ਮੋੜਿਆ, ਭਾਵੇਂ ਇਕੱਲੇ ਰਹਿ ਜਾਈਏ ਗੁਰੂ ਤੋਂ ਮੂੰਹ ਨਹੀਂ ਮੋੜਾਂਗੇ। ਜਿਹੜੇ ਲੋਕ ਅੱਜ ਇਹ ਸੋਚਦੇ ਨੇ ਕਿ ਅਸੀਂ ਸਰਕਾਰਾਂ ਦੇ ਘਰ 'ਚ ਝਾੜੂ ਲਗਾ ਕੇ ਉਸ ਸੱਚੇ ਤਖਤ ਦੀ ਮੁਖਾਲਫਤ ਕਰਾਂਗੇ ਤੇ ਸਰਕਾਰੀ ਤਖਤ ਦੇ ਝਾੜੂ ਲਗਾ ਕੇ ਸਰਕਾਰੀ ਤਖਤ ਦੇ ਮਾਧਿਅਮ ਤੋਂ ਇਸ ਤਖਤ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ, ਜੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਾਉਂਦਾ ਨਹੀਂ ਹੋਊਗਾ, ਜੇ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਉਂਦਾ ਨਹੀਂ ਹੋਊ, ਤੁਸੀਂ ਕੁਝ ਨਹੀਂ ਕਰ ਸਕੋਗੇ। ਮੈਂ ਦਿੱਲੀ ਦੀ ਸੰਗਤ 'ਚ ਜੰਜ ਇਹ ਐਲਾਨੀਆ ਤੌਰ ਤੇ ਕਹਿ ਕੇ ਚੱਲੇ ਆ, ਖਾਲਸਾ ਜੀ ਅਸੀਂ ਲੜਾਈ ਲੜੀ ਆ, ਜਿੰਨੇ ਮਰਜ਼ੀ ਯਤਨ ਕਰਨ। ਇਹ ਸਾਰੇ ਹਾਲਾਤ ਹੁਣ ਕਿਉਂ ਬਣੇ ਨੇ, ਪਹਿਲਾਂ ਕਿਉਂ ਨਹੀਂ ਬਣੇ? ਕਿਉਂਕਿ ਪਹਿਲਾਂ ਦੀਆਂ ਕਮੇਟੀਆਂ ਚਾਪਲੂਸੀ ਕਰਦੀਆਂ ਸੀ, ਸਰਕਾਰ ਨੇ ਖੋਣ ਦੀ ਲੋੜ ਨਹੀਂ ਸਮਝੀ। ਜਦੋਂ ਸਰਕਾਰ ਦੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਸਟੇਟ ਵਿਦਿਨ ਸਟੇਟ ਵਾਲੇ ਲੋਕ ਆ ਕੇ ਖੜੇ ਹੋ ਗਏ, ਅਸੀਂ ਟੀਵੀਆਂ ਤੇ ਜਾ ਕੇ ਅਨਾਉਂਸਮੈਂਟਾਂ ਕੀਤੀਆਂ, ਇਹ ਕਮੇਟੀਆਂ ਸਰਕਾਰ ਦੇ ਬਰਾਬਰ ਨੇ। ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਆ, ਅਗਰ ਸੂਬੇ ਦਾ ਮੁੱਖ ਮੰਤਰੀ ਇੱਕ ਆ ਤੇ ਦਿੱਲੀ ਕਮੇਟੀ ਦਾ ਪ੍ਰਧਾਨ ਵੀ ਇੱਕ ਆ, ਅਸੀਂ ਤੁਹਾਡੇ ਬਰਾਬਰ ਆ। ਸਾਡੇ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰੋ, ਤੁਹਾਡੇ ਪੈਰਾਂ ਵੱਲ ਨਹੀਂ ਦੇਖਾਂਗੇ। ਮੈਂ ਉਹਨਾਂ ਪ੍ਰਧਾਨਾਂ ਨੂੰ ਯਾਦ ਕਰਾ ਦੇਵਾਂ ਕਿਉਂ ਚੁੱਕ ਗਏ ਨੇ, ਕਿਉਂਕਿ ਉਹੀ ਪ੍ਰਧਾਨ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਜਿਹੜਾ ਇੱਕ ਮੈਮੋਰੀਅਲ ਬਣਾਇਆ ਗਿਆ ਉਹਨਾਂ ਦੀ ਯਾਦ ਦੇ ਅੰਦਰ ਦਿੱਲੀ ਸਥਿਤ ਬਾਰਡਰ ਤੇ ਜਦੋਂ ਉਹਦਾ ਉਦਘਾਟਨ ਹੋ ਰਿਹਾ ਸੀ ਤੇ ਕਾਂਗਰਸ ਦੇ ਪ੍ਰਧਾਨ ਦਾ ਫਰਜ਼ੰਦ ਬੇਟਾ ਜਿਹੜਾ ਏ ਉਹ ਮੰਚ ਤੇ ਬੈਠਾ ਸੀ, ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਨਹੀਂ, ਗਾਂਧੀ ਪਰਿਵਾਰ ਦਾ ਬੇਟਾ ਮੰਚ ਤੇ ਬੈਠਾ ਸੀ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਹੁਕਮ ਲਾਇਆ ਗਿਆ ਸੀ ਵੀ ਤੁਸੀਂ ਉਹਦੇ ਪੈਰਾਂ 'ਚ ਬੈਠੋਗੇ ਥੱਲੇ। ਔਰ ਪ੍ਰਧਾਨ ਸਾਹਿਬ ਨੇ ਕੀ ਕਿਹਾ, ਉਹਨਾਂ ਨੇ ਨਹੀਂ ਕਿਹਾ ਕਿ ਤੇਰੀ ਜੁਰਤ ਕਿਵੇਂ ਹੋਈ, ਉਹਨੇ ਕਿਹਾ ਜੀ ਜਨਾਬ ਅਸੀਂ ਬੈਠਾਂਗੇ ਵੀ, ਅਸੀਂ ਫੋਟੋ ਵੀ ਖਿਚਾਵਾਂਗੇ। ਔਰ ਫੋਟੋ ਖਿੱਚ ਕੇ ਸਾਰੀ ਕੌਮ ਨੂੰ ਬੇਇੱਜ਼ਤ ਕਰਨ ਦਾ ਕੰਮ ਕੀਤਾ ਦਿੱਲੀ ਕਮੇਟੀ ਦੇ ਪ੍ਰਧਾਨ ਨੇ। ਰਾਹੁਲ ਗਾਂਧੀ ਦੇ ਪੈਰਾਂ 'ਚ ਬੈਠ ਗਿਆ ਜਾ ਕੇ, ਪੈਰਾਂ 'ਚ। ਅੱਜ ਅਸੀਂ ਉਹ ਲੋਕ ਨਹੀਂ, ਅਸੀਂ ਹਿੱਕ ਤੇ ਖਲੋ ਕੇ ਬੋਲਣ ਵਾਲੇ ਲੋਕ ਆ, ਅੱਖ 'ਚ ਅੱਖ ਪਾ ਕੇ ਗੱਲ ਕਰਨ ਵਾਲੇ ਲੋਕ ਆ। ਮੈਂ ਬਿਲਕੁਲ ਜਨਤਕ ਤੌਰ ਤੇ ਕਹਿਣਾ ਹੈ, ਸਾਡੀ ਲੜਾਈ ਕੋਈ ਸਰਕਾਰਾਂ ਦੇ ਖਿਲਾਫ ਨਹੀਂ, ਦੇਸ਼ ਦੇ ਖਿਲਾਫ ਨਹੀਂ, ਪਰ ਉਸ ਸੋਚ ਦੇ ਖਿਲਾਫ ਆ ਜਿਹੜੀ ਸਾਨੂੰ ਮਾਰਨਾ ਚਾਹੁੰਦੀ ਆ। ਦਿੱਲੀ ਦਾ ਸਿੱਖ ਕਿਸੇ ਸੂਰਤ ਅੰਦਰ ਤੁਹਾਡੀ ਈਨ ਨਹੀਂ ਮੰਨੂਗਾ। ਅਸੀਂ ਤੁਹਾਨੂੰ ਬਾਰ-ਬਾਰ ਇਹ ਗੱਲ ਚਤਾਉਂਦੇ ਆਏ ਆ, ਅਸੀਂ ਆਪਣੇ ਵੀਰਾਂ ਦੇ ਨਾਲ ਖੜੇ ਆ, ਖੜੇ ਰਵਾਂਗੇ। ਅੱਜ ਤੁਹਾਨੂੰ ਤਕਲੀਫ ਹੋ ਗਈ, ਮਹੀਨੇ ਦੇ ਅੰਦਰ ਹਾਲਾਤ ਬਦਲ ਗਏ, ਦਿੱਲੀ ਖੋਣ ਨੂੰ ਆ ਗਏ, ਨਵੇਂ ਕਾਨੂੰਨ ਬਣਾ ਦਿੱਤੇ ਗਏ, ਸਾਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਜਾ ਰਿਹਾ ਹੈ, ਕੋਰਟਾਂ 'ਚ ਕੇਸ ਪਾਏ ਜਾ ਰਹੇ ਨੇ, ਕਿਹਾ ਜਾ ਰਿਹਾ ਇਹਨਾਂ ਨੂੰ ਲੜਨ ਨਹੀਂ ਦਿਆਂਗੇ। ਗੁਰੂ ਦੀ ਬਾਲਟੀ ਦਾ ਸਿੰਬਲ ਖੋਵਾਂਗੇ, ਉਹ ਗੁਰੂ ਦੀ ਲੰਗਰ ਦੀ ਬਾਲਟੀ ਸਾਡੀ ਖੋ ਕੇ ਤੇ ਸਾਨੂੰ ਰੋਲਣਾ ਚਾਹੁੰਦੇ ਜੇ। ਮੈਂ ਤੁਹਾਨੂੰ ਹੁਕਮਰਾਨੋ ਇੱਕ ਗੱਲ ਕਹਿ ਦੇਣਾ ਚਾਹੁੰਦਾ ਹੈ, ਤੁਹਾਡੇ ਤੋਂ ਪਹਿਲਾਂ ਵੀ ਬੜੇ ਹੁਕਮਰਾਨ ਆਏ ਨੇ,
ਤੁਹਾਡੇ ਤੋਂ ਬਾਅਦ ਵੀ ਬੜੇ ਹੁਕਮਰਾਨ ਆਏ ਨੇ, ਸਾਡੇ ਤੋਂ ਪਹਿਲਾਂ ਵੀ ਬੜੇ ਸਿੱਖ ਹੋਏ ਨੇ, ਸਾਡੇ ਤੋਂ ਬਾਅਦ ਵੀ ਬੜੇ ਸਿੱਖ ਹੋਣਗੇ। ਸਾਡਾ ਇਤਿਹਾਸ ਪੜ੍ਹ ਲਿਓ ਜੇ, ਸਿੱਖ ਨੇ ਹਮੇਸ਼ਾ ਆਪਣੀ ਗਰਦਨ ਲਵਾਉਣੀ ਮਨਜ਼ੂਰ ਕੀਤੀ ਆ, ਪਰ ਸਰਕਾਰ ਦੇ ਦਰ ਤੇ ਸਿਰ ਝੁਕਾਉਣਾ ਮਨਜ਼ੂਰ ਨਹੀਂ ਕੀਤਾ। ਅਸੀਂ ਉਹ ਸਿੱਖਿਆ। मैं अपनी संगत की हजूरी च, मेरे मालिक की हजूरी च बिल्कुल ऐलान करदा है, साडा सिर ला दिओ जे, असीं सिर नहीं झुकावांगे, नहीं झुकावांगे, नहीं झुकावांगे। तुहानूं लगदा है असीं तुहाडी चाकरी करांगे? तुहानूं लगदा है तुसीं सानूं डरा लोगे? तुसीं सानूं झुका के साडी सिख कौम दा सिर झुकाउणा चाहुंदे जे? मैं अपने बच्चों नूं, अपने परिवार नूं सब कुछ अपना लिख के दिता होया, मेरे बैंकों दी डिटेलों तो लैके सब च उन्होंने पा रखा है। मैनूं क्या रखा है पता नहीं, किदन मेरे नाल की करनगे, किहड़ी सड़क ते जांदे मेरे नाल की हालात बना देणगे। मैं तुहानूं अज कह के चलिया है, तुहाडा ये बेटा, तुहाडा ये भरा मर सकदा है, पर सरकार दे अगे सिर नहीं झुकाऊंगा, नहीं झुकाऊंगा, नहीं झुकाऊंगा। लख कोशिशां कर लेने लोग। सरकार दी हक ते चढ़ के खड़े आ, अज उस लाल किले दे बाहर खड़े होके फिर कह रहे आ, ये साडी ताकत नहीं, दिल्ली कमेटी एक तोपखाना है, दिल्ली कमेटी एक टैंक आ। मैं ते केवल उस तोपखाने और टैंक दा ऑपरेटर आ, मैं उहदे अंदर मेरी कोई हिम्मत नहीं, पर मेरे परिवारों के करके, दिल्ली के सिखां के करके टैंक ते तोपखाना खड़ा है, और इस टैंक और तोपखाने ते तुसी हमला नहीं कर सकते। तुहाडियां लख कोशिशां हो जाणगियां, तुसी बार बार चाहोगे ये ऑपरेटर हो जे लिआंदे जाण, जिहड़े सरकारी होण, जिहड़े अपने सिखां वल करके तोप चलाउण, ला लिओ जे उन्हां नूं, बिठा लिओ जे कुर्सियां ते, चलवा लिओ जे, पर साडे बैठिया असीं अपना सीस नहीं चुकण देंगे। सरकार के दरबार के अंदर असीं अपने परिवार नाल खड़े हां। और जेड़े वो सरकारी वकील बन गया, मैं तुहानूं बेनती करदा है, वकील साहब मैं तुहानूं बेनती करदा, अजे भी सरकार दी छड्ड के ते कौम दी बुक्कल च आ जाओ। कौम ने बड़ा मान बख्शिया, छड्ड दो। सरकार की दे दूगी? एक अद्धा अवार्ड दे दूगी, एक अद्धी राज सभा दे दूगी, इस तो ज्यादा तो कुछ नहीं। जिदन कौम ने देना है, आप पुछो रणजीत सिंह नूं की दिता है? कौम दा हीरो बना के खड़ा करता। खड़ो रणजीत सिंह, खड़ा होके दस जरा, आ देख कौम दा हीरो बना के साडे वीर नूं आ मिलिया अज। जेड़ा रणजीत सिंह सी, जेड़ा रणजीत सिंह सी, कौम ने उस रणजीत सिंह नूं भाई रणजीत सिंह बना दिता है, ये कौम दी शान बना दिता है, ये मिल जूगा। वकील साहब खालसा जी आयो जरा इधर, सरदार महेंद्र सिंह खालसा जी आए ने जम्मू तो। अज जदों ये गए जम्मू च, हजारां सिखां दा हजूम इन्हां नूं सड़कां तो लैण वास्ते गला च हार पा के उत्थे पहुंचिया। कौम ने खालसा जी नूं गल ना ला रिहा भी साडा खालसा आया, ये कौम ने मान बख्शिया। वकील साहब जकारा ला दो। बोले सोहणा। वकील साहब मैं तुहाडे चरनां च बेनती करदा हां, कौम दा मीरी पीरी दा सिद्धांत सरकारी दरवाजियां च बह के ना गवाओ, ना कौम दा इन्ना नुकसान करो। ये कौम दी भरपाई नहीं होनी अपने तो। लोग आपां नूं गदार क्या करनगे? लोग कदी माफ नहीं करनगे तुहानूं जो तुसीं करन जा रहे जे, जो तुसीं सरकारां दे हत्थां च खेड के मेरे मालिक दा मीरी पीरी दा सिद्धांत खत्म करन चले जे। ये सिद्धांत तुहाडे तो खत्म होना नहीं, तुहाडा वजूद रहना नहीं। अजे भी संगत की बुक्कल च मुड़िया, डुल्ले बेरां दा कख नहीं बिगड़िया। कह के पल्ला पा के गुरु तेग बहादुर साहब के दर ते आके कह दो मेरे तो गलती हो गई, मेरे तो गलती हो गई, अजे भी माफ कर दूगी संगत। मैं संगत नूं बधाई दिना। मैं नाम बोलना नहीं सी, पर अज सारिਆਂ ने मैनू कहा है तो मैं तुहानूं नाम लैके भी दसदा। एडवोकेट एच.एस. फूलका, जिसने मैनू, मैं फोन किया एडवोकेट फूलका साहब नूं, साहब मैं कहंदा सी पर अज एच.एस. फूलका कहूँगा। मैं फोन किया और मैनू अगों उन्होंने की जवाब दिता, कहंदे मैं ये केस नहीं लड़ना। मैं नाम लैके कह रहा हूँ। मैनू संगत ने कहा गुरु साहब की हाजिरी च मैं झूठ तो बोल नहीं सकता,
झूठ तो मैं फोन पर भी नहीं कभी बोलिया अज तक, तो मैं मालिक की हाजिरी च खड़ा। मैनू फोन करके क्या, मैं फोन किया, और मैं जो फोन किया मैं शंकर रोड के गोल चक्कर ते सीगा। मैं फोन किया, मैं क्या आपां नूं अपने केस ते लड़ने पैणगे हुण? कहंदे मैं तो नहीं लड़ने। मैं क्या जी की गल हो गई? कहंदे क्यों पंगा लेना है? और मैं तेनू भी एक सलाह देण लगा, इस चक्कर च ना पवी, इस चक्कर च ना पवी। उधरों किसान छड़ देणगे, उधरों सरकार तेरी दुश्मन बन जूगी। ਜਿਹੜੇ पंजाब तो वकील आउंदे पए आ उन्हां नूं दे दिओ, आपे गोंगला तू मिट्टी झाड़ी, चल तू ना कुछ करी। मैं उस गोल चक्कर ते सीगा, शंकर रोड ते गोल चक्कर तो पंजाबी बाग नूं जा रहा सी। बस मैं उन्हां दा फोन रखिया है ते सज्जे हत्थ नानकसर गुरुद्वारा साहब के दर्शन दिदारे हो, सीस नवाया, मत्था टेकिया। पता नहीं मालिक ने की सोझी दिती, फोन चुकिया, वीडियो बनाई, उत्थे ही पा दी। मैं क्या असीं अपने सिख वीरां नाल खड़े हाँ, दिल्ली कमेटी उन्हां दा केस लड़ूगी और किसी नूं जेल च नहीं रहण दऊगी, उत्थे अनाउंस कर दित्ते। मैं अज हैरान हाँ, इस चीज़ की दुश्मनी कड्ढी जा रही साडे नाल, इस चीज़ की रड़ कड्ढी जा रही साडे नाल। सरकारां दे दरवाजियां च जाके तुसीं ये काम करा रहे जे। मैं अपने वीरां नूं एक फेर तो गल कह दियां, मेरे वीरो जिहड़े इत्थे मेरे किसान वीर पहुंचे ने, मैं अज तुहानूं दूजी गल भी कह दिंदा, ना केवल तुहानू जमानतां ते लिआंदा है, तुहाडे केस भी लड़ांगे। और जिन्ना पुलिस वालियां ने तुहाडे ते तशद्दद कीती आ, परसों 2.5 घंटे ला के मैं सरदार हरमीत सिंह कालका, साडे एडवोकेट RS चीमा साहब, उन्हां दी बेटी, उन्हां दा बेटा सरदार वरिंदर सिंह जी संधू साहब, साहब जसदीप सिंह जी ढिल्लों साहब, सर जसप्रीत सिंह जी राय साहब, असी जगदीप, असी सारिया ने 2.5 घंटे ला के सारी विਉਂਤਬੰਦੀ बनाई कि सरकार का नरेटिव किवें तोड़ना है, किवें इन्हां मुंडियां दे उत्ते होए तशद्दद के खिलाफ पुलिस नूं अंदर कराउणा है, किस तरह इन्हां दे केसां दे खिलाफ खत्म कराउणे आ, और किस तरह लाल किले की साजिश नूं एक्सपोज करना है। असी 2.5 घंटे स्पैशली चीमा साहब दिल्ली केवल एक परपस वास्ते आए सी, फोन करके कि सिरसा जी आपां बैठ के इहदा मंथन करके जो सानू नूं कलंकित करन दी कोशिश की गई आ, वो कलंक सरकार दा सी, सरकार दे मत्थे ते वापस लाउणा है। 2.5 घंटे मंथन कीता इस गल उत्ते। अज मैं तुहानू जनतक तौर ते ऐलान करके चलिया, सरकार जिड्डी मर्जी तशद्दद कर लवे, जिन्ना मर्जी सानू रोकण दी कोशिशां करन, ना असीं झुके आ ना झुकांगे। बाकी मैं ये गल कह देना चाहना है उन्हां सरकारी बाबुआं नूं और उन्हां पुलिस अफसरां नूं जिन्हां ने सब कुछ कीता सी, मेरे वीरों मुखर्जी नगर वाले पुलिस वाले नूं मिल के आ जाओ जे, मुखर्जी नगर वाले पुलिस वाले नूं मिल के आ जाओ जे। उन्हां ने भी यही काम कीता सीगा, जमानतां छड्डो, नौकरियां तो भी गए ने, अज डिसमिस होके घरां च बैठे ने, मुकदमे वखरे दर्ज हो गए ने। जरूर जाके मिलायो ताकि तुहानूं बाहर निकलदा रस्ता मिल जाए। और एक गल कह चलिया है, साडे वीर ने रणजीत सिंह ने 2 महीने 60 दिन कड्ढे, पूरे 47 दिन ला के आया है। असी गुरु दे सिख भी गुरु साहब की हाजरी च कहने 48 दिन लवावांगे उस पुलिस वालियां दे जिन्हां ने हत्थ पाया सी। 48 दिन, 47 नहीं 48 दिन। और हुण मैं जिथे बहुत धन्नवाद करदा मेरी सारी दिल्ली की संगत का, आप जी का धन्नवाद दे साडे कोल अल्फाज नहीं। जदों रणजीत सिंह अपने पिंड पहुंचा, हजारां लोगों का हजूम कई किलोमीटर तक फुल्लां की वर्खा करते हुए लैके गए, तो रणजीत सिंह ने स्टेज पर जाके संगत जी पता की क्या सी, कहंदा मैं दिल्ली की संगत का बहुत बहुत शुक्रगुजार हाँ, कर्जदार हाँ। अज हुणे जसविंदर सिंह बुट्टर इत्थे बैठे आ थल्ले लंगर छकदे पता की कह रहे सी, कहंदे सिरसा जी माफ करियो जे बुरा ना मन जो मेरी गल दा, सानू नफरत सी दिल्ली तो, नफरत सी दिल्ली तो, पर जो दिल्ली दे सिखां ने कर दिखाया है ना, ऐसी मुहब्बत असी जिंदगी च सोची नहीं कि मिलू जो मान दिल्ली दे सिखां ने दिता है। असी इन्हां दे झाड़ू बाजार बन गए, इन्हां दे जुत्ते चुकण वाले बन गए। और मेरे पंजाब तो आए वीरों, मैं भी तुहानूं अज एक गल कहना चाहुंदा, तुसी भी बहुत वड्डा साडे ते करजा सी तुहाडा भी। जदों 84 होई सी ना,
ਤੁਸੀਂ ਇਕੱਲੇ ਸੀ ਜਿਨ੍ਹਾਂ ਸਾਡੀ ਬਾਹ ਪੜੀ। ਭਾਵੇਂ ਤੁਸੀਂ ਉੱਥੇ ਰਹਿੰਦੇ ਸੀ, ਭਾਵੇਂ ਵਿਦੇਸ਼ਾਂ 'ਚ ਰਹਿੰਦੇ ਸੀ। ਵਿਦੇਸ਼ਾਂ 'ਚ ਵੀ ਬਹਿ ਕੇ ਤੁਸੀਂ ਲੜਾਈ ਲੜੀ ਤੇ ਪੰਜਾਬ 'ਚ ਬਹਿ ਕੇ ਤੁਸੀਂ ਲੜਾਈ ਲੜੀ। ਬਹੁਤ ਵੱਡਾ ਕਰਜ਼ਾ ਸੀ ਤੁਹਾਡਾ ਸਾਡੇ ਉੱਤੇ, ਅਸੀਂ ਉਸ ਕਰਜ਼ੇ ਨੂੰ ਅਦਾ ਕਰਨ ਦੀ ਕੋਸ਼ਿਸ਼ ਕੀਤੀ ਆ। ਅੱਜ ਤੁਸੀਂ ਜ਼ਰੂਰ ਇਹ ਮਹਿਸੂਸ ਕਰਦੇ ਹੋਗੇ ਜਿਹੜਾ 84 ਤੋਂ ਲੈ ਕੇ ਕਰਜ਼ਾ ਤੁਸੀਂ ਸਾਡੇ ਸਿਰ ਤੇ ਖੜਾ ਕੀਤਾ ਸੀ, ਅਸੀਂ ਉਹਨੂੰ ਉਤਾਰਨ ਦੀ ਇੱਕ ਕੋਸ਼ਿਸ਼ ਜ਼ਰੂਰ ਕੀਤੀ ਆ। ਅੱਜ ਦਿੱਲੀ ਦੇ ਸਿੱਖ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿਵੇਂ 84 ਤੁਸੀਂ ਸਾਡੇ ਨਾਲ ਆ ਕੇ ਖੜੇ ਹੋਏ ਸੀਗੇ। ਬੋਲੇ ਸੋਨੇਹਾ। ਤੇ ਸਾਨੂੰ ਵੰਡਣਾ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੀ ਹੁਕਮਰਾਨਾਂ ਵੱਲੋਂ। ਇਹ ਦਿੱਲੀ ਦਾ ਸਿੱਖ ਆ, ਇਹ ਪੰਜਾਬ ਦਾ ਸਿੱਖ ਆ, ਇਹ ਹਰਿਆਣੇ ਦਾ ਸਿੱਖ ਆ, ਇਹ ਯੂਪੀ ਦਾ ਸਿੱਖ ਆ, ਇਹ ਦੱਖਣੀ ਸਿੱਖ ਆ, ਇਹ ਪੱਛਮੀ ਸਿੱਖ ਆ। ਪਰ ਗੁਰੂ ਨੇ ਕੀ ਕਿਰਪਾ ਕੀਤੀ? ਗੁਰੂ ਨੇ ਕਿਹਾ ਸਿੱਖ ਸਿੱਖ ਆ, ਬਸ ਇੱਕ ਹੀ ਸਿੱਖ ਆ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਬੱਚਾ, ਬਸ ਉਹੀ ਸਿੱਖ ਆ। ਸਾਨੂੰ ਸਭ ਨੂੰ ਇਕਜੁੱਟ ਕਰਤਾ, ਇਹ ਵੀ ਗੁਰੂ ਨੇ ਕਿਰਪਾ ਕੀਤੀ। ਬੋਲੇ ਸੋਨੇਹਾ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ, ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਔਰ ਮੈਂ ਹੁਣ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਕੱਤਰ ਸਾਹਿਬ ਨੂੰ ਮੰਚ ਤੇ ਆਉਣ। ਔਰ ਸਭ ਤੋਂ ਪਹਿਲਾਂ ਜਿਨ੍ਹਾਂ ਮਹਾਂਪੁਰਖਾਂ ਦੇ ਮਹਾਨ ਸੇਵਾਵਾਂ ਦੇ ਸਦਕੇ ਇਸ ਦਿੱਲੀ ਦੇ ਗੁਰੂ ਘਰਾਂ ਦੇ ਅੰਦਰ ਬਹੁਤ ਵੱਡੀਆਂ ਸੇਵਾਵਾਂ ਚੱਲ ਰਹੀਆਂ ਨੇ, ਐਸੇ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਤੋਂ ਵਰੋਸਾਏ ਹੋਏ ਬਹੁਤ ਹੀ ਅਤੀ ਸਤਿਕਾਰਯੋਗ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਜਿਨ੍ਹਾਂ ਨੇ ਮਹਾਨ ਸੇਵਾਵਾਂ ਨਿਭਾਈਆਂ ਨੇ। ਸਭ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਔਰ ਦੇਸ਼ ਭਰ ਦੇ ਸਿੱਖਾਂ ਵੱਲੋਂ ਉਹਨਾਂ ਦਾ ਇੱਥੇ ਸਰੋਪਾਓ ਦੇ ਕੇ ਸਨਮਾਨ ਕੀਤਾ ਜਾਊਗਾ। ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਉੱਤੇ ਮੰਚ ਤੇ ਲਿਆਉਣ ਦੀ ਕਿਰਪਾਲਤਾ ਕਰੋ। किसान आंदोलन वास्ते बैग बनाया सारे किसान वीर वास्ते, किसान मोर्चे की चढ़ती कला वास्ते गुरुद्वारा सीसगंज साहिब तो साडे मैंबर पिंकी जी, बाहुल जी ते सारी टीम ने दिल्ली सिख गुरुद्वारा प्रबंधक कमेटी की बोले सोनेहा। हुण मैं बेनती करा बाबा सतनाम सिंह जी कार सेवा वाले, मैं उन्होंने बेनती करांगा। बाबा रविंदर सिंह जी रवि जी और रोहित जी जो आर्कीटैक्ट ने ये सारे डिजाइनिंग दे विच, मैं उन्होंने भी बेनती करांगा। बाबा सतनाम सिंह जी, बाबा रवि सिंह, बोले सोनेहा। बाबा रवि सिंह जी, रविंदर सिंह जी, उन्होंने मैं बेनती करांगा। रोहित जी ਨੂੰ मैं बेनती करांगा, नाल ही मनमोहन सिंह जी ਨੂੰ मैं बेनती करांगा। एक साई लोक सिंह जी ਨੂੰ एक ਸਰੋਪਾਓ ਸੰਤ ਸੁਜਾਨ ਸਿੰਘ ਦੇ ਦਰਬਾਰ ਤੋਂ ਬੋਲੇ ਸੋਨੇਹਾਲ। रोहित जी आर्कीटैक्ट ने ਜਿਹੜੇ ਉਹ ਵੀ ਅੱਗੇ ਆ ਜਾਣ ਨਾਲ ਹੀ, क्योंकि अगली ਜਿਹੜੀ कार्रवाई है वो साडे लीगल सैल ਦੇ सरदार जगदीप सिंह कालो जी ਜਿਹੜੇ बोले सोनेहाल, ਜਿਹੜੇ चेयरमैन ने लीगल सैल ਦੇ और 150 ਵਕੀਲਾਂ ਦਾ पैनल ਇਹ ਕੰਮ कर रहा है, ਉਹਨਾਂ ਵਕੀਲਾਂ ਨੂੰ ਵੀ ਸ਼ਾਮ ਨੂੰ ਸਨਮਾਨਿਤ ਕੀਤਾ ਜਾਣਾ ਹੈ। मैं बेनती करांगा क्योंकि किसान अंदोलन वाले भी प्रधान साहब ਸਕੱਤਰ साहब वास्ते ਸਰੋਪਾਓ ਲੈ ਕੇ ਆਏ ਨੇ, उन्होंने भी देने ने, ते खालसा जी ने 1 मिनट कहते ने मैं सिर्फ लाना जम्मू वाले खालसा जी। वाहिगुरु जी का खालसा, वाहिगुरु जी की फतेह। बहुत ही सत्कारयोग संगत जी, 10 मिनट का प्रोग्राम हो रहा है क्योंकि असी सम्मानित करना अपने किसान वीरां नूं। संगत इत्थे अपने अपने स्थान पर बैठी रही और बाबा बचन सिंह जी ने अज नाम सिमरन जिहड़ा कराउणा है वो हुण शुरू होएगा। 5-7 मिनट बाद असी सम्मानित करांगे और उस तो बाद अरदास उपरंत सबने गुरु का लंगर छक के जाना है। सुखासन स्थान दे उत्ते जिथे महाराज दे स्वरूप लैके आने हैं तुहाडे सारी संगत की हाज़री दे विच। सो मैं बेनती करांगा बाबा बचन जी नूं ओ नाम सिमरन संगत दे नाल कराउणगे। सतनाम वाहेगुरु सतनाम वाहेगुरु।
ਸਤਿਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ पाहुल पीछे पाहुल साच कहूँ सुन लियो सभै जिन प्रेम कियो तिन ही प्रभ पायो। ਇਹ ਸਾਰੇ ਪਿਆਰ ਦੀ ਗੱਲਾਂ ਹਨ ਜੋ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਤੁਸੀਂ ਸਾਰੇ ਇਕੱਤਰ ਹੋਏ ਹੋ। ਹੁਣ ਇਹ ਸਰਸਾ ਜੀ ਨੇ ਤੁਹਾਨੂੰ ਦੱਸਿਆ ਹੈ, ਨੈ ਭੈ ਕਿਸੀ ਕੋ ਮਾਨਤ ਹੈ, ਨੈ ਭੈ किसी को देत है, न भय मानत आन। संत सुजान सिंह जी बाबा नानक सिंह जी का बचन सुनाते सन, कहन लगे ये औकड़ां भी वही सह सकता है जो गुरु का सिख है। ऐसियां औकड़ां ये गुरु के सिख ही सह सकते हैं, और सिख भी गुरु वाला है। और गुरु किसदे नाल रहिंदा है? गुरु मेरे संग सदा है नाले, सिमर सिमर तिस सदा संभाले। और बाबा जी कहते सन ऐसा समा भी आएगा ਜਦੋਂ ਔਕੜਾਂ ਇੰਤੀਆਂ ਵੱਧ ਜਾਣਗੀਆਂ ਕਲਯੁਗ ਦੇ ਸਮੇਂ ਵਿੱਚ, ਫਿਰ 96 ਕਰੋੜ ਖਾਲਸਾ ਪੈਦਾ ਹੋਏਗਾ, ਗੁਰਮੁਖੀ ਦਾ ਇਲਮ ਹੋਏਗਾ, 13 ਦੀ ਗਿਣਤੀ ਹੋਏਗੀ। ਐਸਾ ਸਮਾਂ ਵੀ ਆਣਾ ਹੈ, ਕਿਉਂਕਿ ਕਿਉਂ ਤੁਸੀਂ ਸਾਰੇ ਆਪਣੇ ਗੁਰੂ ਦਾ ਓਟ ਆਸਰਾ ਲੈ ਕੇ ਜੋ ਵੀ ਕਾਰਜ ਹੁੰਦਾ ਹੈ ਕਰਦੇ ਹੋ। ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੋ ਇਸ ਸੇਵਾ ਵਿੱਚ ਤੁਸੀਂ ਹਿੱਸਾ ਪਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। मैं बेनती करांगा सरदार जगदीप सिंह कालो जी ਨੂੰ ਉਹ ਮੈਂ ਹੁਣ ਬੇਨਤੀ ਕਰਦਾ ਫਿਰ ਸਾਰਿਆਂ ਨੂੰ ਇੱਕ ਵਾਰ, ਜੇ ਮੇਰੀ ਬੇਨਤੀ ਪ੍ਰਵਾਨ ਕਰੋ। ਕਿਸਾਨ ਆਪਾਂ ਦੇਖੋ ਇੰਨਾ ਸੋਹਣਾ ਪ੍ਰੋਗਰਾਮ ਕਿਸਾਨਾਂ ਦੇ ਵਾਸਤੇ ਕੀਤਾ ਹੈ, ਆਪਾਂ ਰਸਤਾ ਵੀ ਰੋਕ ਕੇ ਖੜੇ ਆ, ਆਪਾਂ ਉਹਨਾਂ ਨੂੰ ਜਗ੍ਹਾ ਵੀ ਨਹੀਂ ਦੇਣਾ ਚਾਹੁੰਦੇ, ਫਿਰ ਆਪਾਂ ਉਹਨਾਂ ਨੂੰ ਬੁਲਾਇਆ ਕਿਉਂ ਆ? ਜੇ ਆਪਾਂ ਆਪਣੇ ਮਹਿਮਾਨ ਆਏ ਨੇ ਇੱਥੇ ਤੇ ਜੇ ਆਪਾਂ ਨੂੰ ਸਨਮਾਨ ਵੀ ਨਹੀਂ ਕਰਨਾ, ਜਗ੍ਹਾ ਵੀ ਨਹੀਂ ਦੇਣੀ, ਬਹਿਣ ਨੂੰ ਵੀ ਨਹੀਂ ਦੇਣੀ, ਖਲੋਣ ਨੂੰ ਵੀ ਨਹੀਂ ਦੇਣੀ, ਰਸਤੇ ਵੀ ਆਪਾਂ ਬੰਦ ਕਰਨੇ ਆ, ਫਿਰ ਫਾਇਦਾ ਕੀ ਹੈ? ਹੁਣ ਮੈਂ ਪਹਿਲਾਂ ਬੇਨਤੀ ਕਰੂੰਗਾ, ਪਹਿਲਾਂ ਪਾਹੁਲ ਸਿੰਘ ਜੀ ਨੂੰ ਅੱਗੇ ਬੁਲਾ ਲਓ। ਬਹੁਤ ਵੱਡੀ ਇਹ ਵੀ ਨੌਜਵਾਨਾਂ ਦੀ ਸੇਵਾ ਇੱਥੇ ਇਹਨਾਂ ਨੇ ਗੁਰੂ ਘਰ 'ਚ ਨਿਭਾਈ ਆ। ਆਪ ਜੀ ਦੀਆਂ ਬਹੁਤ ਵੱਡੀਆਂ ਸੇਵਾਵਾਂ ਨੇ, ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ 'ਤੇ ਆਪ ਰੋਜ਼ ਨਿਤ ਸੇਵਾ ਨਿਭਾ ਵੀ ਰਹੇ ਜੀ। ਹੁਣ ਮੈਂ ਇੱਕ ਵਾਰ ਫਿਰ ਬੇਨਤੀ ਕਰਨੀ ਆ ਕਿ ਮੰਚ 'ਤੇ ਸਾਰੇ ਕਿਸਾਨ ਜਿਹੜੇ ਸਾਡੇ ਵੀਰ ਆਏ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਸਨਮਾਨਿਤ ਕਰਨਾ ਹੈ। ਇਹ ਥੋੜ੍ਹਾ ਜਿਹਾ ਰਾਹ ਖਾਲੀ ਕਰ ਦਿਓ। ਵੀਰ ਜੀ, ਜੇ ਤੁਸੀਂ ਵੀ ਜੇਲ੍ਹ ਜਾ ਕੇ ਆਏ ਜੇ ਤੁਸੀਂ ਨਹੀਂ ਨਹੀਂ ਮੈਂ ਮੰਨਦਾ ਹਾਂ ਭਾਜੀ, ਪਰ ਥੋੜ੍ਹਾ ਜਿਹਾ ਕਿਸਾਨਾਂ ਦੇ ਵਾਸਤੇ ਜਗ੍ਹਾ ਦੇ ਦਈਏ ਨਾ, ਫਿਰ ਐਂ ਨਾ ਕਰੀਏ। ਮੈਂ ਤੇ ਹੱਥ ਜੋੜ ਕੇ ਥੱਕ ਗਿਆ ਏ ਵੀ ਆਪਾਂ ਥੋੜ੍ਹਾ ਜਿਹਾ ਰਸਤਾ ਕਿਸਾਨਾਂ ਨੂੰ ਕਰਨ ਦਈਏ। ਆਪਾਂ ਮੰਨਣ ਨੂੰ ਹੀ ਤਿਆਰ ਨਹੀਂ। ਜਿਹੜਾ ਜੇਲ੍ਹ ਜਾ ਕੇ ਆਇਆ ਮੈਨੂੰ ਕੋਈ ਇਤਰਾਜ਼ ਨਹੀਂ, ਉਹ ਮੈਂ ਇੱਥੇ ਆ ਕੇ ਉੱਤੇ ਬਹਿ ਜਾ, ਮੈਂ ਥੱਲੇ ਚਲੇ ਆਉਣਾ, ਪਰ ਘੱਟੋ ਘੱਟ ਅੱਜ ਖਾਲਸਾ ਜੀ ਤੁਸੀਂ ਜਾ ਕੇ ਆਏ ਜੇ। ਹੁਣ ਕਹਿ ਕੇ ਅਸੀਂ ਤੇ ਹੱਥ ਹੀ ਬੰਨ੍ਹ ਸਕਦੇ ਹਾਂ ਸੰਗਤ ਦੇ ਚਰਨਾਂ 'ਚ। ਸੋ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਸਰਦਾਰ ਮਹਿੰਦਰ ਸਿੰਘ ਖਾਲਸਾ ਜੀ ਨੂੰ ਕਿਰਪਾ ਕਰਕੇ ਮੰਚ ਤੇ ਆਉਣ, ਔਰ ਉਹਨਾਂ ਦਾ ਸਨਮਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਸਰਦਾਰ ਜਗਦੀਪ ਸਿੰਘ ਜੀ ਕਾਲੋਂ, ਅਸੀਂ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ। ਖਾਲਸਾ ਜੀ ਅੱਗੇ ਆਓ ਜਰਾ। ਬੋਲੇ ਸੋਨਿਹਾਲ।
2 ਮਿੰਟ ਦੀ ਨਾ ਹਾਜ਼ਰੀ, ਜਿਹੜੇ ਬੋਲਣਾ 2 ਮਿੰਟ ਦੀ ਹਾਜ਼ਰੀ ਵੀ ਨਾਲ ਲਵਾ। ਅੱਗੇ ਆਪਣਾ ਰਣਜੀਤ ਜੀ ਔਰ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੈਂ ਪਹਿਲਾਂ ਵੀ ਕਈ ਵਾਰ ਸਿੰਘੂ ਬਾਰਡਰ ਤੇ ਵੀ ਹਾਜ਼ਰੀ ਭਰਨ ਦੇ ਸਮੇਂ ਇਹ ਗੱਲ ਕਹੀ ਸੀ ਵੀ ਜਿਹੜੇ ਵੱਡੇ ਮੋਰਚੇ ਹੁੰਦੇ ਆ ਉਹ ਉਦੋਂ ਹੀ ਜਿੱਤੇ ਜਾਂਦੇ ਨੇ ਜਦੋਂ ਅਸੀਂ ਸਾਡੇ ਕੋਲ ਆਤਮਿਕ ਬਲ ਹੋਵੇ, ਜਦੋਂ ਅਸੀਂ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੋਂ ਬੁਲਾਉਂਦੇ ਆ ਤੇ ਸਾਡੀ ਇਦਾਂ ਪਤਾ ਲੱਗਦਾ ਕਿ ਅਸੀਂ ਕਿੰਨੇ ਕੀ ਅਵੇਅਰ ਆ, ਕਿੰਨੇ ਕੁ ਅਸੀਂ ਜੋ ਵੀਰ ਇਸ ਵਕਤ ਸਾਰਿਆਂ ਨੂੰ ਸਨਮਾਨ ਦੇ ਰਹੇ ਨੇ। ਇਹ ਬਹੁਤ ਵੱਡਾ ਕਾਰਜ ਹੈ, ਇਹਦੇ ਤੇ ਮੈਂ ਥੋੜੀ ਗੱਲ ਕਰਨੀ ਹੈ। ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ। ਜਿੰਨੀ ਤੁਸੀਂ ਸਾਰਿਆਂ ਨੇ ਫਤਿਹ ਬੁਲਾਈ ਨੇ ਆਵਾਜ਼ ਆਈ ਹੈ ਤੇ ਸਾਡੇ ਪ੍ਰਧਾਨ ਜੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਸਾਹਿਬ ਦੀ ਕੱਲੀ ਫਤਿਹ ਮੈਨੂੰ ਲੱਗਦਾ ਹੈ, ਔਰ ਜਿਹੜੀ ਉਹਨਾਂ ਦੀ ਗਰਜਨੀ ਆਵਾਜ਼ ਹੈ ਉਹ ਇਸ ਵਕਤ ਸੈਂਟਰ ਸਰਕਾਰ ਨੂੰ ਹਿਲਾ ਰਹੀ ਹੈ। ਔਰ ਇੱਕ ਗੱਲ ਤੁਹਾਨੂੰ ਕਹਾਂ, ਜਿਸ ਵਕਤ ਮੈਂ ਜੇਲ੍ਹ ਦੇ ਅੰਦਰ ਸਾਂ ਇੱਕ ਕਾਲ ਆਈ ਮੇਰੇ ਵੀਰ ਦੀ। ਮੈਂ ਕਹਿੰਦਾ ਕੁਝ ਗੱਲਾਂ ਬਹੁਤ ਗੱਲਾਂ ਕਹਿਣ ਦੀਆਂ ਸਿਰ ਪਰ ਸਮਾਂ ਨਹੀਂ ਆ ਜਾਏ, ਲੇਕਿਨ ਜਿਹੜੇ ਕੌਮੀ ਲੀਡਰ ਹੁੰਦੇ ਨੇ ਉਹਨਾਂ ਦੀ ਪਹਿਚਾਣ ਜਦੋਂ ਸਮਾਂ ਆਉਂਦਾ ਕੌਮਾਂ ਤੇ ਉਹ ਭੀੜਾ ਬਣਦੀ ਹੈ ਉਦੋਂ ਪਤਾ ਲੱਗਦਾ ਹੈ। ਜਾਂ ਸਾਡਿਆਂ ਪਰਿਵਾਰਾਂ ਕੋਲੋਂ ਪੁੱਛ ਕੇ ਦੇਖਣਾ ਕਿ ਸਿਰਸਾ ਸਾਹਿਬ ਉਹਨਾਂ ਵਾਸਤੇ ਕੀ ਕੀਮਤ ਰੱਖਦੇ ਨੇ। ਮੈਂ ਵੀਰ ਜੀ ਨੂੰ ਇੱਕ ਗੱਲ ਕਹੀ ਸੀ ਬੈਠੇ ਆ, ਸਾਡੇ ਵਿਚਾਰਕ ਮਤਭੇਦ ਕੌਮ ਵਿੱਚ ਹਨ ਔਰ ਇਹ ਸਦਾ ਰਹੇ ਨੇ। ਜਦੋਂ ਤੋਂ ਸਾਡੀ ਕੌਮ ਹੋਂਦ ਵਿੱਚ ਆਈ ਹੈ ਮਤਭੇਦ ਸਾਡੇ ਰਹੇ ਨੇ, ਪਰ ਆਪਾਂ ਇਤਿਹਾਸ ਸੁਣਿਆ ਕਿ ਜਦੋਂ ਸ਼ਾਮ ਹੁੰਦੀ ਸੀ ਜਾਂ ਭੀੜਾ ਬਣਦੀ ਸੀ ਸਾਰੇ ਸਿੱਖ ਇਕੱਠੇ ਹੋ ਕੇ ਵਿਚਾਰ ਕਰਦੇ ਸਨ ਅਤੇ ਰਣਨੀਤੀ ਤਿਆਰ ਕਰਕੇ ਦੁਸ਼ਮਣ ਦੇ ਨਾਲ ਲੜਦੇ ਸਨ। ਪਰ ਮੈਂ ਕਹਿੰਦਾ ਬਦਕਿਸਮਤੀ ਉਹਨਾਂ ਲੋਕਾਂ ਦੀ ਹੈ ਜਦੋਂ ਕੌਮ ਦੇ ਉੱਤੇ ਬਣੀ ਹੋਵੇ ਭੀੜਾ ਤੇ ਉਹ ਫਿਰ ਵੀ ਆਪਣੀ ਰਾਜਨੀਤਿਕ ਰੋਟੀਆਂ ਸੇਕਣ। ਜੇ ਕੋਈ ਬੰਦਾ ਆਵਾਜ਼ ਬਣ ਕੇ ਕੌਮ ਦੀ ਸਾਹਮਣੇ ਖੜਿਆ ਹੈ, ਮੈਂ ਵੀਰ ਜੀ ਨੂੰ ਪਹਿਲਾਂ ਕਿਹਾ ਸੀ ਹੋ ਸਕਦਾ ਵੀਰ ਜੀ ਵਿਚਾਰਾਂ ਕਰਕੇ ਮੇਰੇ ਜੰਮੂ ਕਸ਼ਮੀਰ ਵਿੱਚ ਰਹਿੰਦਾ ਮੈਂ ਔਰ ਸਾਡੇ ਵਿਚਾਰਾਂ ਕਰਕੇ ਕੁਝ ਮਤਭੇਦ ਹੋ ਸਕਦੇ ਨੇ, ਪਰ ਅੱਜ ਜੰਮੂ ਦੀਆਂ ਸੜਕਾਂ ਦੇ ਵਿੱਚ ਭਾਈ ਮਹਿੰਦਰ ਸਿੰਘ ਖਾਲਸਾ ਤੋਂ ਜ਼ਿਆਦਾ ਆਵਾਜ਼ ਗੂੰਜ ਰਹੀ ਸੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜਿੰਦਾਬਾਦ। ਔਰ ਮੈਂ ਆਪਣੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਮੇਰੇ ਵਾਸਤੇ ਰੱਬ ਮੇਰਾ ਇਹ ਗੁਰੂ ਹੈ, ਮੇਰੇ ਵਾਸਤੇ ਗੁਰੂ ਮੇਰਾ ਇਹ ਗੁਰੂ ਹੈ, ਮੇਰੇ ਵਾਸਤੇ ਸੰਤ ਵੀ ਇਹ ਗੁਰੂ ਹੈ। ਮੈਂ ਕਦੇ ਗੁਰੂ ਦੀ ਹਜ਼ੂਰੀ ਵਿੱਚ ਝੂਠੀਆਂ ਸਿਫਤਾਂ ਨਹੀਂ ਕੀਤੀਆਂ, ਪਰ ਮੈਂ ਬਚਪਨ ਤੋਂ ਲੈ ਕੇ ਕੌਮ ਦੇ ਨਾਲ ਜੁੜਿਆ ਹੋਇਆ, ਕੌਮੀ ਸੰਘਰਸ਼ਾਂ ਦੇ ਨਾਲ ਜੁੜਿਆ ਰਿਹਾ ਹਾਂ। ਪਰ ਮੈਂ ਇਹ ਗੱਲ ਕਹਿੰਦਾ ਕੌਮ ਜਦੋਂ ਲੀਡਰ ਪੈਦਾ ਹੋਣੇ ਨੇ ਅਸੀਂ ਦੂਸਰੀਆਂ ਕਮਿਊਨਿਟੀਆਂ 'ਚ ਜਾ ਕੇ ਚੁੱਕੇ ਲਿਆਉਣੇ ਨੇ। ਲੀਡਰ ਤੇ ਆਪਣੀ ਕੌਮ 'ਚ ਪੈਦਾ ਹੁੰਦੇ ਨੇ, ਲੀਡਰ ਨੇ ਆਪਣੀ ਕੁਆਲਿਟੀ ਸਮੇਂ ਦੇ ਅਨੁਸਾਰ ਦਿਖਾਣੀ ਹੁੰਦੀ ਹੈ। ਮੈਂ ਕੱਲ ਪੁੱਛਣਾ ਚਾਹੁੰਦਾ ਜਿਹੜੇ ਲੋਕ ਭਾਵੇਂ ਤੁਹਾਡੇ ਨਿੱਜੀ ਆਪਣੇ ਮਤਭੇਦ ਹੋ ਸਕਦੇ ਨੇ ਪਰ ਤੁਹਾਡੇ ਕਿਸਾਨਾਂ ਨਾਲ ਕੀ ਮਤਭੇਦ ਸਨ, ਤੁਸੀਂ ਕਿਸਾਨ ਬੱਚਿਆਂ ਦੇ ਨਾਲ ਕੀ ਮਤਭੇਦ ਸਨ। ਜੇ ਸਾਡੇ ਉੱਤੇ ਇਹ ਸਮਾਂ ਬਣ ਗਿਆ ਜਾਂ ਸਾਡੇ ਵੀਰ ਅੰਦਰ ਬੈਠੇ ਸਨ ਉਹ ਗਿਲਾ ਕਰ ਰਹੇ ਨੇ, ਸ਼ਿਕਵਾ ਕਰ ਰਹੇ ਨੇ ਕਿ ਭਾਈ ਜਦੋਂ ਸਮਾਂ ਆਇਆ, ਮੈਂ ਤਾਂ ਕਿਸਾਨ ਵੀਰਾਂ ਨੂੰ ਸਿੰਘੂ ਬਾਰਡਰ ਤੇ ਕਹਿ ਕੇ ਆਇਆ, ਹੁਣ ਜਾਣ ਦੇ ਟਾਈਮ ਮੈਂ ਸਿੰਘੂ ਬਾਰਡਰ ਤੇ ਹੋ ਕੇ ਗਿਆ, ਉਹਨਾਂ ਦੀ ਮੀਟਿੰਗ ਸੀ ਤਾਂ ਮੈਂ ਇੱਕ ਗੱਲ ਕਹਿ ਰਿਹਾ, ਬੜੀ ਨਿਰਾਸ਼ਤਾ ਹੈ ਨੌਜਵਾਨਾਂ ਦੇ ਅੰਦਰ। ਇੱਕ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਕੋਈ ਵੀ ਲੀਡਰ ਖੜਾ ਨਹੀਂ ਹੋਇਆ। ਸਾਡੇ ਪਰਿਵਾਰਾਂ ਦੇ ਹਾਲਾਤ ਦੇਖਣਾ ਭਾਈ, ਹਜੂ ਕਿ ਅਸੀਂ ਪਰਿਵਾਰਾਂ ਨੂੰ ਬੜਾ ਸਟਰੋਂਗ ਬਣਾਇਆ, ਪਰ ਜਦੋਂ ਇਹੋ ਜਿਹੇ ਸਮੇਂ ਆਉਂਦੇ ਨੇ ਕੋਈ ਨਹੀਂ ਜੇ ਖੜਦਾ। ਔਰ ਮੈਂ ਇੱਕ ਗੱਲ ਕਹਿੰਦਾ, ਜਿੱਥੇ ਵੀ ਦੁਨੀਆ ਵਿੱਚ ਬੈਠਾ ਕੋਈ ਸਿੱਖ ਸੁਣਦਾ, ਸਾਡੇ ਮਤਭੇਦ ਹੋ ਸਕਦੇ ਨੇ, ਅੱਜ ਇਕੱਠੇ ਹੋ ਜਾਓ। ਜੋ ਹਾਲਾਤ ਮੈਂ ਅੰਦਰ ਦੇਖ ਕੇ ਆਇਆ, ਅਜੂ ਕਿ ਸਿਰਸਾ ਸਾਹਿਬ ਨੇ ਜਦੋਂ ਇਹਨਾਂ ਨੇ ਇੱਕ ਫੋਨ ਕੀਤਾ ਤੇ ਮੇਰੇ ਜਿਹੜੇ ਸੁਪਰਿੰਟੈਂਡੈਂਟ ਸਾਹਿਬ ਹੈਗੇ ਨੇ ਉਹਨਾਂ ਨੇ ਮੈਨੂੰ ਬੁਲਾਇਆ ਅੰਦਰ। ਉਹ ਮੈਨੂੰ ਜਦੋਂ ਬੁਲਾ ਕੇ ਮੈਨੂੰ ਪੁੱਛਦੇ ਨੇ, ਜਦੋਂ ਛੋਟੇ ਮੇਰੇ ਨਾਲ ਗੱਲ ਹੋ ਚੁੱਕੀ, ਛੋਟੇ ਨਾਲ ਗੱਲ ਕਰ ਲੈ, ਕਹਿੰਦੇ ਤੁਹਾਡੇ ਸਿਰਸਾ ਸਾਹਿਬ ਨਾਲ ਕੀ ਰਿਸ਼ਤੇ ਨੇ। ਮੈਂ ਕਿਹਾ ਜੀ ਸਾਡੀ ਕੌਮ ਦੇ ਵਿੱਚ ਇੱਕੋ ਇੱਕ ਵਿਚਾਰਧਾਰਾ ਆ। ਪਹਿਲੀ ਗੱਲ ਹੈ ਸਾਡਾ ਗੁਰੂ ਇੱਕ ਹੈ, ਅਸੀਂ ਗੁਰ ਭਾਈ ਆ, क्योंकि साडे गुरु ने एक पिता एक इसके बारिक बनाया है।